ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਗੱਲ ਕਰਦੇ ਹਾਂ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਦੀ। ਪੰਜਾਬ ਦੇ ਵਿੱਚ ਗਵਰਨਰ ਤੇ ਮੁੱਖ ਮੰਤਰੀ ਦੀ ਲੜਾਈ ਜਿਹੜੀ ਹੈ ਹੁਣ ਉਹ ਕਾਨੂੰਨੀ ਦਰਵਾਜ਼ੇ ਤੇ ਪਹੁੰਚ ਚੁੱਕੀ ਹੈ। ਗਵਰਨਰ ਦੇ ਖਿਲਾਫ ਪੰਜਾਬ ਸਰਕਾਰ ਕਾਨੂੰਨੀ ਲੜਾਈ शुरू कर चुकी है और सुप्रीम कोर्ट पहुंच चुकी है पंजाब सरकार। दरअसल पिछले दिनों के विच जो राजपाल वालों बजट सैशन नूं मंजूरी नहीं दी गई उस नूं लैके पंजाब सरकार ने अर्जी लाई है सुप्रीम कोर्ट दे विच। कल इस अर्जी ते सुनवाई हो सकती है। 3 मार्च नूं पंजाब सरकार वालों बजट सैशन सद्या गया सी। कैबिनेट ने इसका फैसला लिया और मंजूरी दे लई पंजाब दे राजपाल नूं भेजिया गया, पर पंजाब दे राजपाल ने पुरानियां चिट्ठियां ला के ਇਹ ਮਨਜ਼ੂਰੀ ਨਹੀਂ ਦਿੱਤੀ और उस चिट्ठी ਦੇ ਵਿੱਚ ਲਿਖਿਆ ਗਿਆ ਕਿ ਤੁਸੀਂ ਮੇਰੇ ਪਹਿਲਾਂ ਵਾਲੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ, ਪਹਿਲਾਂ ਉਹ ਜਵਾਬ ਦਿਓ, ਫਿਰ ਉਸ ਤੋਂ ਬਾਅਦ ਮੈਂ ਸੈਸ਼ਨ ਬਾਰੇ ਕੋਈ ਨਾ ਕੋਈ ਫੈਸਲਾ ਲਵਾਂਗਾ ਜਾਂ ਉਸ ਤੇ ਗੌਰ ਕਰਾਂਗਾ। ਇਹ ਗੱਲ ਪੰਜਾਬ ਦੇ ਗਵਰਨਰ ਵੱਲੋਂ ਕਹੀ ਗਈ, ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਲੀਗਲ ਰੈਮਡੀਜ਼ ਵੱਲ ਚੱਲ ਪਈ ਹੈ और ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਹੈ ਸੈਸ਼ਨ ਬੁਲਾਉਣ ਦੀ ਲੜਾਈ ਨੂੰ ਲੈ ਕੇ, ਕਿਉਂਕਿ ਪੰਜਾਬ ਦੇ ਗਵਰਨਰ ਨੇ ਮਨਾ ਕਰ ਦਿੱਤਾ ਸੀ ਜਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਬਾਅਦ ਚ ਗੌਰ ਕਰਾਂਗਾ, ਪਹਿਲਾਂ ਮੇਰੀਆਂ ਗੱਲਾਂ ਦਾ ਜਵਾਬ ਦਿਓ। ਤਾਂ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਗਵਰਨਰ ਨੂੰ ਤਾਂ ਕੋਈ ਚਿੱਠੀ ਨਹੀਂ ਲਿਖੀ, ਨਾ ਹੀ ਕੋਈ ਮੁੱਖ ਮੰਤਰੀ ਵੱਲੋਂ ਕਿਸੇ ਤਰ੍ਹਾਂ ਦਾ ਜਵਾਬ ਦਿੱਤਾ ਗਿਆ ਉਸ ਚਿੱਠੀ ਤੇ, ਪਰ ਉਹਨਾਂ ਨੇ ਹੁਣ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ ਔਰ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਟਵੀਟ ਕਰਕੇ। ਸੀਐਮ ਭਗਵੰਤ ਮਾਨ ਨੇ ਟਵੀਟ ਦੇ ਵਿੱਚ ਲਿਖਿਆ ਹੈ, ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ ਝਲਕੀਆਂ ਦਿੱਲੀ 'ਚ ਬਹੁਮਤ ਦੇ ਬਾਵਜੂਦ ਮੇਅਰ ਬਣਾਉਣ ਲਈ ਸੁਪਰੀਮ ਕੋਰਟ ਜਾਓ, ਡਿਪਟੀ ਮੇਅਰ ਬਣਾਉਣ ਲਈ ਸੁਪਰੀਮ ਕੋਰਟ ਜਾਓ, ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚਲਾਉਣ ਲਈ ਵੀ ਸੁਪਰੀਮ ਕੋਰਟ ਜਾਣਾ ਪੈ ਰਿਹਾ ਹੈ, ਲੋਕਤੰਤਰ ਦੀ ਤਲਾਸ਼ ਜਾਰੀ ਹੈ। ਇਹ ਗੱਲ ਸੀਐਮ ਭਗਵੰਤ ਮਾਨ ਵੱਲੋਂ ਆਪਣੇ ਬਿਆਨ 'ਚ ਕਹੀ ਗਈ ਹੈ, ਆਪਣੇ ਟਵੀਟ 'ਚ ਕਹੀ ਗਈ ਹੈ ਕਿ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਮੇਅਰ ਦਿੱਲੀ ਦੇ ਵਿੱਚ ਆਪਦਾ ਮੇਅਰ ਬਣਾਉਣ ਦੇ ਲਈ ਸੁਪਰੀਮ ਕੋਰਟ ਜਾਣਾ ਪਿਆ, ਫਿਰ ਡਿਪਟੀ ਮੇਅਰ ਦੇ ਲਈ ਜਾਣਾ ਪਿਆ ਤੇ ਹੁਣ ਗਵਰਨਰ ਵੱਲੋਂ ਮਨਜ਼ੂਰੀ ਨਾ ਦਿੱਤੇ ਜਾਣ ਨੂੰ ਲੈ ਕੇ ਜਾਣਾ ਪੈ ਰਿਹਾ। ਮਲਵਿੰਦਰ ਕੰਗ ਸਾਡੇ ਨਾਲ ਜੁੜੇ ਨੇ, ਆਮ ਆਦਮੀ ਪਾਰਟੀ ਦੇ ਚੀਫ ਸਪੋਕਸਪਰਸਨ ਨੇ। ਕੰਗ ਸਾਹਿਬ, ਲੜਾਈ ਹੁਣ ਆਪਾਂ ਕਹੀਏ ਕਿ ਕਾਨੂੰਨੀ ਤਰੀਕੇ ਨਾਲ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਸ ਨੂੰ ਪੰਜਾਬ ਦੇ ਵਿੱਚ ਸੁਲਝਾਉਣ ਦਾ ਕੋਈ ਰਾਹ ਨਜ਼ਰ ਨਹੀਂ ਆ ਰਿਹਾ ਸੀ। ਬਰਾੜ ਸਾਹਿਬ, ਗੱਲ ਕਾਨੂੰਨੀ ਨਹੀਂ ਹੈ, ਗੱਲ ਤੇ ਬਹੁਤ ਦੇਸ਼ ਜਿਹੜਾ ਹੈ ਖਤਰਨਾਕ ਸਥਿਤੀ ਵੱਲ ਵੱਧ ਰਿਹਾ ਹੈ ਕਿ ਕਿਸ ਤਰੀਕੇ ਨਾਲ ਸੈਂਟਰ ਦੀ ਸਰਕਾਰ ਔਰ ਇਹਦੇ ਨੋਮੀਨੇਟਡ ਗਵਰਨਰ ਜਿਹੜੇ ਆ ਜੀ ਉਹ ਡੈਮੋਕ੍ਰੈਟਿਕ ਤਰੀਕੇ ਨਾਲ ਚੁਣੀਆਂ ਸਰਕਾਰਾਂ, ਜਿਹੜਾ ਲੋਕਾਂ ਲਈ ਲੋਕਾਂ ਦੁਆਰਾ ਲੋਕਾਂ ਵਾਸਤੇ ਸਰਕਾਰ ਹੈ, ਉਹਦਾ ਕਿਸ ਤਰੀਕੇ ਨਾਲ ਉਹਨੂੰ ਖਤਮ ਕਰ ਰਹੇ ਆ। ਔਰ ਇਹ ਮਤਲਬ ਪ੍ਰੈਕਟੀਕਲੀ ਅਸੀਂ ਤੇ ਹੰਡਾ ਰਹੇ ਆ ਨਾ। ਇੱਕ ਤੇ ਹੁੰਦਾ ਨਾ ਗੱਲ ਕਿ ਪੋਲੀਟੀਕਲ ਬਿਆਨ ਦੇਤਾ ਜੀ, ਦੇਖਿਆ ਹੋਣਾ ਮਾਨ ਸਾਹਿਬ ਨੇ ਜਿਹੜੀ ਗੱਲ ਕਹੀ ਆ ਮੁੱਖ ਮੰਤਰੀ ਜੀ ਨੇ, ਦਿੱਲੀ ਲਈ ਵੀ ਅਸੀਂ 3 ਮਹੀਨੇ ਲਗਾਤਾਰ ਸੰਘਰਸ਼ ਕੀਤਾ, ਅਲਟੀਮੇਟਲੀ ਮੈਂਡੇਟ ਹੋਣ ਦੇ ਬਾਵਜੂਦ ਸਾਨੂੰ ਸੁਪਰੀਮ ਕੋਰਟ ਜਾ ਕੇ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਤੇ ਮੇਅਰ ਮਤਲਬ ਇਲੈਕਸ਼ਨ ਹੋਇਆ। ਕਿੰਨੀ ਸਥਿਤੀ ਮਾੜੀ, ਮਤਲਬ ਲੋਕਾਂ ਦਾ ਮੈਂਡੇਟ, ਲੋਕਾਂ ਦੇ ਮਤ ਨੂੰ ਜਿਹੜਾ ਆ ਇਹਨਾਂ ਨੇ ਮਜ਼ਾਕ ਬਣਾ ਦਿੱਤਾ ਔਰ ਇਹ ਸਾਰੇ ਮੁਲਕ ਨੂੰ ਸੋਚਣਾ ਪਊਗਾ। ਪੰਜਾਬ 'ਚ ਵੀ 92 ਐਮਐਲਏ ਹੋਣ ਦੇ ਬਾਵਜੂਦ ਕਿਸ ਤਰੀਕੇ ਨਾਲ ਰੋਜ਼ਾਨਾ ਇਹ ਗਵਰਨਰ ਜਿਹੜੇ ਆ, ਗਵਰਨਰ ਸਾਹਿਬ ਦੇ ਰਾਹੀਂ ਕਿਸ ਤਰੀਕੇ ਨਾਲ ਸਰਕਾਰ, ਇਲੈਕਟਡ ਸਰਕਾਰ ਦੇ ਕੰਮ 'ਚ ਇੰਟਰਫੇਰੈਂਸ ਹੋ ਰਹੀ ਹੈ। ਇਹ ਦੇਸ਼ ਦੇ ਲੋਕਾਂ ਨੂੰ ਸੋਚਣਾ ਪਊਗਾ ਕਿ ਕਿੱਦਾਂ ਜਿਹੜਾ ਸਾਡੀਆਂ ਸੰਵਿਧਾਨਿਕ ਸੰਸਥਾਵਾਂ, ਜਿਹੜੇ ਸਾਡੀ ਡੈਮੋਕ੍ਰੈਟਿਕ ਸੰਸਥਾਵਾਂ, ਜਿਹਦੇ ਲਈ ਬਾਬਾ ਸਾਹਿਬ ਅੰਬੇਡਕਰ ਤੋਂ ਲੈ ਕੇ ਵੱਡੇ ਵੱਡੇ ਲੋਕਾਂ ਨੇ ਐਡਾ ਇੱਕ ਦੇਸ਼ ਦਾ ਭਵਿੱਖ ਤਿਆਰ ਕੀਤਾ ਸੀ, ਇਹ ਜਿਹੜੀ ਮੈਜੋਰਿਟੀ ਵਾਲੀ ਭਾਜਪਾ ਸਰਕਾਰ ਹੈ ਉਹਨੂੰ ਬਿਲਕੁਲ ਤਾਨਾਸ਼ਾਹੀ ਵੱਲ ਵਧਾ ਰਹੀ ਹੈ। ਇਹ ਬਹੁਤ ਖਤਰਨਾਕ ਸਥਿਤੀ ਹੈ। ਕੰਗ ਸਾਹਿਬ, ਕੋਈ ਗੁੰਜਾਇਸ਼ ਨਹੀਂ ਬਚੀ ਸੀ। ਪਰ ਬਰਾੜ ਸਾਹਿਬ, ਇੱਕ ਲਾਸਟ ਗੱਲ, ਅਜੇ ਤੇ ਇਹਨਾਂ ਦਾ ਜ਼ੋਰ ਨਹੀਂ ਪੈ ਰਿਹਾ, ਲਾਏ ਜ਼ੋਰ ਰਹਿ ਸੁਪਰੀਮ ਕੋਰਟ ਨੂੰ ਵੀ ਆਪਣੇ ਕੰਟਰੋਲ 'ਚ ਕਰਨ 'ਚ। ਤੇ ਜੇ ਅੱਜ ਦੇਸ਼ 'ਚ ਸੁਪਰੀਮ ਕੋਰਟ ਨਾ ਹੋਵੇ ਤੇ ਲੋਕਾਂ ਵਾਸਤੇ ਤੇ ਡੈਮੋਕ੍ਰੇਸੀ ਤੇ ਖਤਮ ਹੋ ਜੇ ਇਸ ਮੁਲਕ 'ਚੋਂ, ਨਾ ਉਮੀਦ ਹੋ ਜਾਣ ਲੋਕ। ਨਹੀਂ ਕੰਗ ਸਾਹਿਬ, ਕੋਈ ਗੁੰਜਾਇਸ਼ ਨਹੀਂ ਬਚੀ ਸੀ, ਗੱਲਬਾਤ ਦੇ ਜ਼ਰੀਏ ਇਸ ਚੀਜ਼ ਨੂੰ ਸੌਟ ਆਊਟ ਨਹੀਂ ਕੀਤਾ ਜਾ ਸਕਦਾ। ਨਹੀਂ ਦੇਖੋ ਨਾ, ਤੁਸੀਂ ਜਦੋਂ ਤੁਸੀਂ ਗਵਰਨਰ ਜਿਹੜੇ ਭੇਜੇ ਆ ਜੋ ਇਸ ਤਰੀਕੇ ਨਾਲ ਰਾਜਾਸ਼ਾਹੀ ਦਾ ਰੂਪ ਧਾਰਨ ਕਰ ਲੈਣਗੇ, ਇਲੈਕਟਡ ਸਰਕਾਰ ਨੂੰ ਮੰਨਣ ਨੂੰ ਤਿਆਰ ਨਹੀਂ, ਗੱਲ ਸੁਣਨ ਨੂੰ ਤਿਆਰ ਨਹੀਂ, ਸੰਵਿਧਾਨਿਕ ਪਰੰਪਰਾਵਾਂ ਦੀ ਮਰਿਆਦਾ ਦਾ ਪਾਲਨ ਕਰਨ ਨੂੰ ਤਿਆਰ ਨਹੀਂ, ਤੇ ਕਿੱਥੋਂ ਤੱਕ ਜਾਈਏ ਅਸੀਂ? 6 ਮਹੀਨੇ ਹੋ ਗਏ ਅਸੀਂ ਇਹਨਾਂ ਨੂੰ ਜਰ ਰਹੇ ਹਾਂ। ਕਿਸ ਤਰੀਕੇ ਨਾਲ ਰੋਜ਼ਾਨਾ ਗਵਰਨਰ ਸਾਹਿਬ ਜਿਹੜੇ ਆ ਡੇ ਟੂ ਡੇ ਅਫੇਅਰਸ 'ਚ ਸਾਡੇ ਇੰਟਰਫੇਅਰ ਕਰ ਰਹੇ, ਡੇ ਟੂ ਡੇ ਅਫੇਅਰ, ਹਰੇਕ ਮਸਲੇ ਤੇ ਇਹ ਸਰਕਾਰ ਦੇ ਹਰੇਕ ਫੈਸਲੇ ਤੇ ਜਿਹੜਾ ਅੜਿੰਗਾ ਡਾ ਰਹੇ ਆ। ਤੇ ਦੱਸੋ
ਇਸ ਲੋਕਾਂ ਦੇ ਮੈਂਡੇਟ ਦਾ ਮਜ਼ਾਕ ਨਹੀਂ ਹੈ, ਇਹ ਰਾਜਸ਼ਾਹੀ ਦਾ ਇਹ ਲੋਕਸ਼ਾਹੀ ਦਾ ਮਜ਼ਾਕ ਨਹੀਂ ਹੈ, ਇਹ ਲੋਕਾਂ ਦੀਆਂ ਚੁਣੀ ਹੋਈ ਸਰਕਾਰ ਦਾ ਮਜ਼ਾਕ ਨਹੀਂ ਹੈ। ਇਹ ਭਾਜਪਾ ਮੁਲਕ ਨੂੰ ਕਿਸ ਪਾਸੇ ਲੈ ਕੇ ਜਾ ਰਹੀ ਹੈ, ਇਹ ਦੇਸ਼ ਦੇ ਲੋਕਾਂ ਨੂੰ ਸੋਚਣਾ ਪਊਗਾ। ਪਰ ਕੰਗ ਸਾਹਿਬ, ਜਿਹੜੀਆਂ ਤੁਹਾਡੀਆਂ ਵਿਰੋਧੀ ਪਾਰਟੀਆਂ ਨੇ, ਜਾਂ ਜੇ ਮੈਂ ਖਾਸ ਕਰਕੇ ਬੀਜੇਪੀ ਦਾ ਜ਼ਿਕਰ ਕਰਾਂ, ਕਿਉਂਕਿ ਜਿਨ੍ਹਾਂ ਦੇ ਸਿੱਧੇ ਸਵਾਲ ਉੱਠਦੇ ਨੇ, ਤਾਂ ਬੀਜੇਪੀ ਨੇ ਕਿਹਾ ਕਿ ਸੀਐਮ ਵੱਲੋਂ ਅਪਮਾਨ ਕੀਤਾ ਗਿਆ। ਖੁਦ ਗਵਰਨਰ ਨੇ ਵੀ ਇਹ ਗੱਲ ਕਹੀ ਕਿ ਜੋ ਬਿਆਨ ਦਿੱਤੇ, ਉਹਨਾਂ ਨੇ ਕੁਝ ਚੀਜ਼ਾਂ ਦੇ ਸਵਾਲ ਪੁੱਛੇ ਸੀ ਔਰ ਉਸ ਤੇ ਸੀਐਮ ਨੇ ਉਹਨਾਂ ਦੀ ਨਿਯੁਕਤੀ ਤੇ ਹੀ ਸਵਾਲ ਚੱਕਤੇ, ਤਾਂ ਇਹ ਚੀਜ਼ ਜਾਇਜ਼ ਨਹੀਂ ਹੈ, ਇਹ ਬੀਜੇਪੀ ਵਾਲੇ ਕਹਿ ਰਹੇ ਨੇ। ਮੈਂ ਬਰਾੜ ਸਾਹਿਬ ਪਹਿਲਾਂ ਵੀ ਇੱਕ ਦਿਨ ਕਹੀ ਇਹ ਗੱਲ ਵੀ ਜਿਹੜਾ ਸਾਡਾ ਕਨਸਟੀਟਿਊਸ਼ਨ ਹੈ, ਕਨਸਟੀਟਿਊਸ਼ਨ ਦੇ ਅਕੋਰਡਿੰਗ ਟੂ ਆਵਰ ਕਨਸਟੀਟਿਊਸ਼ਨ, ਗਵਰਨਰ ਇਜ਼ ਅ ਨੋਮੀਨਲ ਹੈਡ ਐਂਡ ਹੀ ਵਿਲ ਐਕਟ ਔਨ ਦਾ ਏਡ ਐਂਡ ਐਡਵਾਈਸ ਆਫ ਕਾਉਂਸਲ ਆਫ ਮਿਨਿਸਟਰ। ਕਾਉਂਸਲ ਆਫ ਮਿਨਿਸਟਰ ਨੂੰ ਇੰਪਾਵਰ ਕੀਤਾ ਹੈ ਸੰਵਿਧਾਨ ਨੇ। ਇਹ ਗਵਰਨਰ ਸਾਹਿਬ ਤੇ ਮਤਲਬ ਹੱਦ ਹੋ ਗਈ, ਇਹ ਤੇ ਟਿੱਚ ਨਹੀਂ ਜਾਣਦੇ ਚੁਣੀ ਹੋਈ ਸਰਕਾਰ ਨੂੰ। ਔਰ ਇੱਕ ਵਾਰ, ਦੋ ਵਾਰ, ਤਿੰਨ ਵਾਰ, ਕਿੰਨਾ ਵਾਰ ਹੋਇਆ ਪੀਏਯੂ ਦੇ ਐਪੀਸੋਡ ਤੋਂ ਲੈ ਕੇ ਹਰੇਕ ਮੁੱਦੇ ਤੇ ਇਹਨਾਂ ਨੇ ਇਸੇ ਤਰੀਕੇ ਨਾਲ, ਔਰ ਪਿਛਲੀ ਵਾਰ ਵੀ ਸੈਸ਼ਨ ਜਦੋਂ ਕੈਬਨਿਟ ਨੇ ਬੁਲਾਇਆ ਸੀ ਔਰ ਇਹਨਾਂ ਨੇ ਲਗਾਤਾਰ ਉਹਨੂੰ ਵਾਪਸ ਕੀਤਾ, ਫਿਰ ਸਰਕਾਰ ਤੇ ਮਤਲਬ ਅਣਗੌਲਿਆ ਕਰਤਾ, ਉਹ ਤੇ ਦੁਬਾਰਾ ਫਿਰ ਇਹਨਾਂ ਦੀ ਮਜਬੂਰੀ ਬਣ ਗਈ। ਤਾਂ ਇਹ ਮੇਰਾ ਮਤਲਬ ਹੈ ਵੀ ਅੱਜ ਜੇ ਸੁਪਰੀਮ ਕੋਰਟ ਮੁਲਕ ਚੁਣਾ ਹੋਵੇ ਤੇ ਦੇਸ਼ ਕਿੱਧਰ ਪਾਸੇ ਜਾਵੇ, ਭਾਜਪਾ ਕਿਸ, ਔਰ ਇਲੈਕਸ਼ਨ ਕਮਿਸ਼ਨ ਛੱਡੋ, ਈਡੀ, ਸੀਬੀਆਈ, ਇਲੈਕਸ਼ਨ ਕਮਿਸ਼ਨ ਕਿਹੜਾ ਸੰਸਥਾ ਜਿਹਦਾ ਰਾਜਨੀਤੀਕਰਨ ਨਹੀਂ ਕੀਤਾ ਔਰ ਹੁਣ ਇਹ ਚੁਣੀਆਂ ਹੋਈਆਂ ਸਰਕਾਰਾਂ ਨੂੰ ਖਤਮ ਕਰ ਰਹੇ ਆ। ਔਰ ਜਿਹੜੀ ਕਾਂਗਰਸ, ਲਾਸਟ ਮੈਂ ਕਹਿ ਰਿਹਾ, ਜਿਹੜੀ ਕਾਂਗਰਸ ਨੂੰ ਇਹਦੇ ਖਿਲਾਫ ਖੜਾ ਹੋਣਾ ਚਾਹੀਦਾ ਸੀ, ਉਹ ਕਾਂਗਰਸ ਦੀਆਂ ਆਪਣੀਆਂ 5-5, 4-4 ਸਰਕਾਰਾਂ ਇਹਨਾਂ ਨੇ ਗਵਰਨਰਾਂ ਦੇ ਰਾਹੀਂ ਤੋੜੀਆਂ, ਖੜੇ ਹੋ ਗਏ ਆ। ਇਹ ਬਹੁਤ ਖਤਰਨਾਕ ਸਥਿਤੀ ਆ ਮੁਲਕ ਦੀ। ਸੋ ਕੰਗ ਸਾਹਿਬ, ਹੁਣ ਜਿਸ ਤਰੀਕੇ ਨਾਲ ਬਜਟ ਸੈਸ਼ਨ ਬੜਾ ਇੰਪੋਰਟੈਂਟ ਹੁੰਦਾ ਹੈ, ਔਰ ਆਪਾਂ ਤਾਂ ਇੰਨੇ ਸਾਲਾਂ ਤੋਂ ਮੈਂ ਤੇ ਕਵਰ ਕਰ ਰਿਹਾ ਕਿ ਗਵਰਨਰ ਐਡਰੈਸ ਦੇ ਨਾਲ ਜਿਹੜਾ ਹੈ ਉਹ ਸ਼ੁਰੂ ਹੁੰਦਾ ਹੈ ਬਜਟ ਸੈਸ਼ਨ। ਉਸ ਦੇ ਵਿੱਚ ਗਵਰਨਰ ਜਿਹੜੇ ਹੁੰਦੇ ਨੇ ਉਹ ਆਪਣੀ ਸਰਕਾਰ ਦੀਆਂ, ਮਤਲਬ ਮੇਰੀ ਸਰਕਾਰ ਕਹਿ ਕੇ ਉਹ ਸੰਬੋਧਨ ਕਰਦੇ ਨੇ, ਜੋ ਗਵਰਨਰ ਦੀ ਸਪੀਚ ਹੁੰਦੀ ਹੈ, ਐਡਰੈਸ ਹੁੰਦਾ ਹੈ। ਸਿਰਫ ਇਹ ਤਾਂ ਫਿਰ ਸਾਰੀਆਂ ਚੀਜ਼ਾਂ ਤੇ ਕੁਐਸਚਨ ਮਾਰਕ ਖੜਾ ਹੋ ਗਿਆ। ਇਹ ਤੇ ਕੁਐਸਚਨ ਮਾਰਕ ਖੜਾ ਤੇ 2014 ਤੋਂ ਬਾਅਦ ਹੀ ਹੋਇਆ, ਜਦੋਂ ਦੇ ਮੋਦੀ ਸਾਹਿਬ ਹੋਏ। ਇਹ ਨਾਨ ਬੀਜੇਪੀ ਰੂਲ ਸਟੇਟਾਂ 'ਚ ਕਿਉਂ ਹੋ ਰਿਹਾ? ਇਹ ਪੰਜਾਬ, ਦਿੱਲੀ, ਵੈਸਟ ਬੰਗਾਲ, ਕੈਲਕੱਤਾ, ਕੇਰਲਾ, ਤਾਮਿਲਨਾਡੂ, ਮਹਾਰਾਸ਼ਟਰ 'ਚ ਕਿਉਂ ਹੋ ਰਿਹਾ? ਇਹ ਬਹੁਤ ਵੱਡੀ ਗੱਲ ਹੈ। ਔਰ ਗਵਰਨਰ ਸਾਹਿਬ ਨੂੰ, ਇਹ ਮੈਂ ਕਹਿੰਦਾ ਵੀ ਗਵਰਨਰ ਸਾਹਿਬ ਨੂੰ ਤੇ ਇੱਕ ਸਤਿਕਾਰ ਦਿੱਤਾ ਹੈ ਸੰਵਿਧਾਨ ਨੇ। ਔਰ ਮੈਂ ਇਹ ਵੀ ਅੱਜ ਕੱਲ੍ਹ ਤੁਹਾਡੇ ਚੈਨਲ ਤੇ ਕਹਿਦਾ, ਗਵਰਨਰ ਨਾ ਵੀ ਐਡਰੈਸ ਕਰੇ ਤਾਂ ਵੀ ਵਿਧਾਨ ਸਭਾ ਦਾ ਸੈਸ਼ਨ ਚੱਲ ਸਕਦਾ। ਔਰ ਇੱਕ ਗੱਲ ਹੋਰ ਬਰਾੜ ਸਾਹਿਬ, ਜੇ ਮਾਰਚ ਦੇ ਮਹੀਨੇ ਜਿਹੜਾ ਸਾਡਾ ਇੰਪੋਰਟੈਂਟ ਬਜਟ ਸੈਸ਼ਨ ਸੀ, ਜੇ ਮਾਰਚ ਦੇ ਮਹੀਨੇ 'ਚ ਬਜਟ ਸੈਸ਼ਨ ਨਾ ਹੋਵੇ ਤੇ ਗਵਰਨਰ ਦੀ ਸੈਲਰੀ ਵੀ ਰੁਕ ਸਕਦੀ ਆ। ਇਹ ਸਾਡਾ ਸੰਵਿਧਾਨ ਕਹਿੰਦਾ। ਸਾਡੇ ਨਾਲ ਰਾਜਕੁਮਾਰ ਵੇਰਕਾ ਜੁੜ ਗਏ ਨੇ, ਵੇਰਕਾ ਸਾਹਿਬ ਜੁੜ ਗਏ ਨੇ ਬੀਜੇਪੀ ਤੋਂ। ਵੇਰਕਾ ਸਾਹਿਬ, ਕੰਗ ਸਾਹਿਬ ਸਿੱਧਾ ਕਹਿ ਰਹੇ ਨੇ ਕਿ ਬੀਜੇਪੀ ਧੱਕੇ ਨਾਲ ਇਹ ਸਾਰਾ ਜਿਹੜਾ ਸਿਸਟਮ ਹੈ ਖਰਾਬ ਕਰ ਰਹੀ ਹੈ, ਗਵਰਨਰ ਦੇ ਜ਼ਰੀਏ ਇੱਕ ਚੁਣੀ ਹੋਈ ਸਰਕਾਰ ਨੂੰ ਖੁੱਡੇ ਲਾਉਣ ਦੀ ਕੋਸ਼ਿਸ਼ ਹੈ ਔਰ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਦੇਖੋ, ਮੇਨਲੀ ਗੱਲ ਸਿਰਫ ਇੰਨੀ ਹੈ ਕਿ ਜਿਹੜੀ ਇਹਨੂੰ ਬਿਨਾਂ ਵਜ੍ਹਾ ਤੋਂ ਬਾਅਦ ਦਾ ਬਤੰਗੜ ਬਣਾ ਕੇ ਕੌਨਫੀਡੈਂਸ ਚ ਲੈ ਜਾਈਏ, ਤੇ ਜਿਹੜੀ ਚੀਜ਼ ਦੇ ਵਾਸਤੇ ਰਿਪਲਾਈ ਹੈ ਸੰਵਿਧਾਨਿਕ ਕਿਸਮ ਨਾਲ ਮੰਗੀ ਜਾ ਰਹੀ ਹੈ, ਔਰ ਉਹ ਰਿਪਲਾਈ ਇਹ ਸਰਕਾਰ ਨੂੰ, ਗਵਰਨਰ ਨੂੰ ਦੇਣੀ ਚਾਹੀਦੀ ਹੈ, ਕਿਉਂਕਿ ਕਸਟੋਡੀਅਨ ਹੈ ਉੱਥੇ ਉਸ ਸੰਵਿਧਾਨ ਦਾ, ਉਹਨੇ ਦਾਇਰਾ ਦੇਖਣਾ ਹੈ ਸਾਰਾ। ਔਰ ਦੂਸਰੀ ਗੱਲ ਮੇਰੇ ਤੇ ਕਹਿਣਾ ਚਾਹੁੰਦਾ ਵੀ ਇਹਨਾਂ ਨੂੰ ਲੱਗਦਾ ਹੈ, ਕੱਲ ਕੋਰਟ ਦੇ ਵਿੱਚ ਗਏ ਹੈ ਨਾ, ਹੁਣ ਜੀ ਕੱਲ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਦੀ ਸੁਣਾਈ ਹੈ, ਔਰ ਕਾਨੂੰਨ ਇਸ ਨਿਗਾਹ ਨਾਲ ਦੇਖ ਲੇਗਾ ਕੀ ਠੀਕ ਹੈ ਕੀ ਗਲਤ ਹੈ। ਇਹ ਪਤਾ ਲੱਗ ਜਾਏਗਾ ਕਿ ਕਿਹਨੇ ਗਲਤ ਕੀਤਾ ਜਾਂ ਕਿਹਨੇ ਠੀਕ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਇਹ ਸਿਰਫ ਇਹ ਹੁਣ ਜਿਹੜਾ ਕੰਪੀਟੀਸ਼ਨ ਜਿਹੜਾ ਆ ਗਿਆ ਇਹਦੇ ਵਿੱਚ, ਇਸ ਗੱਲ ਵਾਸਤੇ ਕਿ ਅਸੀਂ ਇਹ ਥੱਲੇ ਲਾਉਣਾ ਜੀ, ਅਸੀਂ ਗਵਰਨਰ ਨੂੰ ਰਿਪਲਾਈ ਨਹੀਂ ਕਰਨੀ ਜੀ, ਗਵਰਨਰ ਨੂੰ ਕੁਛ ਕਹਿਣਾ ਨਹੀਂ ਜੀ। ਉਹਨੂੰ ਪੁੱਛੀ ਜਾਂਦੇ ਆ ਕਿ ਤੈਨੂੰ ਕਿੰਨੇ ਪੁਆਇੰਟ ਕੀਤਾ, ਦੱਸੋ ਜੀ, ਮੈਂ ਕੀ ਕਹਾਂ ਮੈਂ ਗੱਲਾਂ ਤੇ। ਲੇਕਿਨ ਮੈਨੂੰ ਜੋ ਲੱਗਦਾ ਹੈ, ਮੈਨੂੰ ਲੱਗਦਾ ਹੈ ਕਿ ਇਹ ਸਰਕਾਰ ਨੂੰ ਥੋੜੀ ਸੀਰੀਅਸ ਤੋਂ ਹੋਣਾ ਚਾਹੀਦਾ। ਅਗਰ ਕੋਈ ਗਲਤਫਹਿਮੀ ਹੈ ਤੇ ਗਵਰਨਰ ਨਾਲ ਬੈਠ ਕੇ ਉਹਨੂੰ ਦੂਰ ਕਰ ਲੈਣਾ ਚਾਹੀਦਾ। ਇਹਨਾਂ ਦੇ ਕੋਲ ਆਫਿਸਰ ਹੈਗੇ ਆ, ਚੀਫ ਸੈਕਟਰੀ ਹੈ, ਸੀਐਮ ਸਾਹਿਬ ਆਪ ਹੈਗੇ ਆ, ਔਰ ਸਪੀਕਰ ਸਾਹਿਬ ਦੇ ਘਰ ਤੋਂ ਸਿਰਫ 15 ਮਿੰਟ ਦਾ 5 ਮਿੰਟ ਦਾ ਰਸਤਾ ਨਹੀਂ ਹੈਗਾ। ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿਉਂਕਿ ਇਕੱਠੇ ਚੱਲਣਾ ਚਾਹੀਦਾ ਜੀ। ਇਹਦੇ ਚ ਚਲੋ ਕੰਗ ਸਾਹਿਬ ਜੁੜੇ ਹੋਏ ਆ। ਕੰਗ ਸਾਹਿਬ ਜਵਾਬ ਬਰਾੜ ਸਾਹਿਬ ਦੇਖੋ, ਇਹੀ ਤੇ ਅਸੀਂ ਕਹਿ ਰਹੇ ਹਾਂ ਕਿ ਜੇ ਸੁਪਰੀਮ ਕੋਰਟ ਤੋਂ ਹੀ ਹਰ ਵਾਰ ਜਾਣਾ ਪੈਣਾ ਹੈ, ਲੋਕਾਂ ਦੇ ਜਿਹੜਾ ਮੈਂਡੇਟ ਹੈ, ਚਾਹੇ ਉਹ ਦਿੱਲੀ ਦੀ ਗੱਲ ਕਰ ਲਈਏ, ਸਾਡੀ ਮੈਜੋਰਿਟੀ ਕਾਰਪੋਰੇਸ਼ਨ 'ਚ,
3 ਮਹੀਨੇ ਇਹਨਾਂ ਨੇ ਸਾਡਾ ਮੇਅਰ ਨਹੀਂ ਬਣ ਦਿੱਤਾ, ਅਲਟੀਮੇਟਲੀ ਸੁਪਰੀਮ ਕੋਰਟ। ਜੇ ਪੰਜਾਬ ਸਾਡੇ ਕੋਲ 117 ਚੋਂ 92 ਐਮਐਲਏ ਆ, ਇਹਦਾ ਮਤਲਬ ਕਿ ਇਹ ਟਿੱਚ ਨਹੀਂ ਜਾਣਦੀ ਭਾਜਪਾ ਔਰ ਇਹਨਾਂ ਦੇ ਗਵਰਨਰ ਜਿਹੜੇ ਆ। ਡੈਮੋਕ੍ਰੇਸੀ ਕਿੱਥੇ ਆ ਫਿਰ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਦੀ ਵੈਲਿਊ ਕੀ ਰਹੇਗੀ? ਇਹ ਕੀ ਮਸਲਾ ਹੋਇਆ ਜੀ ਸੁਪਰੀਮ ਕੋਰਟ ਚੋਂ ਪਤਾ ਲੱਜੂ? ਉਹ ਤਾਂ ਪਤਾ ਲੱਗ ਹੀ ਜਾਣਾ ਹੈ। ਔਰ ਇਹਨਾਂ ਦਾ ਬਸ ਨਹੀਂ ਚੱਲ ਰਿਹਾ। ਜੇ ਸੁਪਰੀਮ ਕੋਰਟ 'ਚ ਵੀ ਇਹਨਾਂ ਨੇ ਪੂਰਾ ਜ਼ੋਰ ਲਾ ਰੱਖਿਆ ਹੈ ਉਹਨੂੰ ਜਿਸ ਤਰੀਕੇ ਨਾਲ ਪੋਲਿਟਿਸਾਈਜੇਸ਼ਨ ਕਰਨੀ, ਆਪਾਂ ਵੇਖਿਆ 4 ਜੱਜ ਸੁਪਰੀਮ ਕੋਰਟ ਦੇ ਪ੍ਰੈਸ ਕਾਨਫਰੰਸ ਕਰਦੇ ਆ। ਗੱਲ ਇਹ ਆ ਕਿ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਔਰ ਮੁਲਕ ਨੂੰ ਸੋਚਣਾ ਪੈਣਾ ਕਿ ਅਸੀਂ ਤਾਨਾਸ਼ਾਹੀ ਵਾਲੇ ਪਾਸੇ ਨਹੀਂ ਵੱਧ ਰਹੇ। ਕਿਸ ਤਰੀਕੇ ਨਾਲ ਸਾਡੀਆਂ ਇੰਸਟੀਟਿਊਸ਼ਨਸ ਦਾ ਇਲੈਕਸ਼ਨ ਕਮਿਸ਼ਨ ਦੀ ਗੱਲ ਸੁਣ ਲਓ, ਇੱਕ ਪੂਰੀ ਇੰਡੀਪੈਂਡੈਂਟ ਬੋਡੀ ਆ, ਲੇਕਿਨ ਮੋਦੀ ਸਾਹਿਬ ਜਦੋਂ ਚਾਹੁੰਦੇ ਉਦੋਂ ਇਲੈਕਸ਼ਨ ਦੀਆਂ ਡੇਟਾ ਅਨਾਉਂਸ ਹੁੰਦੀਆਂ, ਜਦੋਂ ਨਹੀਂ ਚਾਹੁੰਦੇ ਰੋਕ ਦਿੱਤੀਆਂ ਜਾਂਦੀਆਂ। 4 ਸੂਬਿਆਂ 'ਚ ਇਲੈਕਸ਼ਨ ਆ, ਇੱਕ ਰੋਕ ਲਿੱਤੇ ਜਾਂਦੇ ਜਿੱਥੇ ਪ੍ਰਧਾਨ ਮੰਤਰੀ ਜੀ ਦੀ ਰੈਲੀ ਹੋਣੀ ਹੁੰਦੀ, 3 ਦੇ ਅਨਾਉਂਸ ਕਰ ਦਿੰਦੇ। ਵਾਰ-ਵਾਰ ਇਹ ਟ੍ਰੈਂਡ ਦਿਖਾਇਆ ਜਾ ਰਿਹਾ, ਵਾਰ-ਵਾਰ ਇਹ ਅਹਿਸਾਸ ਕਰਾਇਆ ਜਾ ਰਿਹਾ। ਇਹੀ ਤੇ ਅਸੀਂ ਕਹਿ ਰਹੇ ਹਾਂ ਕਿ ਡੇ ਟੂ ਡੇ ਅਫੇਅਰਸ ਗਵਰਨਰ ਦਾ ਕੋਈ ਕੰਮ ਨਹੀਂ ਹੈ। ਕੋਈ ਕਨਸਟੀਟਿਊਸ਼ਨਲ ਕ੍ਰਾਈਸਿਸ ਆ ਜੇ ਤੇ ਗਵਰਨਰ ਸਾਹਿਬ ਗੱਲਬਾਤ ਕਰ ਸਕਦਾ ਹੈ, ਜਿਹੜਾ ਸਾਡਾ ਸੰਵਿਧਾਨ ਕਹਿੰਦਾ। ਇਹਦਾ ਮਤਲਬ ਇਹ ਨਹੀਂ ਕਿ ਰੋਜ਼ ਡੇ ਟੂ ਡੇ ਜਿਹੜੇ ਸਰਕਾਰ ਦੇ ਅਫੇਅਰਸ ਹੈ ਉਹ ਗਵਰਨਰ ਰਿਪੋਰਟ ਕਰਨਗੇ। ਜੇ ਗਵਰਨਰ ਸਾਹਿਬ ਨੂੰ ਰਾਜਨੀਤੀ ਦਾ ਸ਼ੌਂਕ ਹੈ ਤੇ ਖੁੱਲ ਕੇ ਇਲੈਕਟੋਰਲ ਪ੍ਰੋਸੈਸ 'ਚ ਆ ਜਾਣ। ਦੂਜੀ ਗੱਲ, ਇਹ ਭਾਜਪਾ ਜਿੱਥੇ ਹਾਰੀ ਹੋਈ ਆ, ਜਿੱਥੇ ਨੌਨ ਬੀਜੇਪੀ ਰੂਲ ਸਟੇਟ ਹੈ, ਉੱਥੇ ਹੀ ਇਹ ਕਿਉਂ ਹੋ ਰਿਹਾ? ਇਹ ਵੀ ਵੱਡਾ ਸਵਾਲ। ਜਵਾਬ ਦੇ ਦਿਓ ਵਿਰਕਾ ਸਾਹਿਬ। ਦੇਖੋ ਮੇਨਲੀ ਮੈਂ ਤੁਹਾਨੂੰ ਇਹ ਕਹਿਣ ਡਿਆ ਕਿ ਬਈ ਗੱਲ ਇਹ ਹੈ ਕਿ ਇਹਨਾਂ ਨੇ ਕਿਸੇ ਵੀ ਗੱਲ ਦੇ ਉੱਪਰ ਨਹੀਂ ਆਉਣਾ। ਇਹਨਾਂ ਨੂੰ ਮੈਂ ਇੱਕ ਗੱਲ ਤੇ ਬੜੀ ਸਪਸ਼ਟ ਆ ਕਿ ਇਹ ਦੱਸਣ ਗਵਰਨਰ ਨੇ ਜਿਹੜੀ ਰਿਪਲਾਈ ਮੰਗੀ ਉਹਦੇ 'ਚ ਗੈਰ ਸੰਵਿਧਾਨਿਕ ਕੀ ਹੈ। ਇਹਨਾਂ ਦੇ ਚੀਫ ਸੈਕਟਰੀ ਜਿਹੜਾ ਆ ਉਹ ਸੰਵਿਧਾਨਿਕ ਅਥਾਰਟੀ ਹੈ ਨਾ ਕਾਨੂੰਨ ਦੀ, ਉਹਨਾਂ ਨੂੰ ਕਹੋ ਬੋਲ ਕੇ ਦੱਸ ਦੇਣ ਕਿ ਗੈਰ ਸੰਵਿਧਾਨਿਕ ਹੈ। ਕੋਈ ਗੱਲ ਤੇ ਕਰੇ, ਅਫਸਰ ਤੇ ਕਹਿ ਰਹੇ ਆ ਕਿ ਸਰਕਾਰ ਮਨ ਮਰਜ਼ੀ ਕਰਦੀ ਪਈ ਹੈ, ਸਰਕਾਰ ਦੇ ਮੁਤਾਬਕ ਸਾਨੂੰ ਚੱਲਣਾ ਪੈ ਰਿਹਾ ਹੈ। ਔਰ ਦੂਸਰੇ ਪਾਸੇ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਭਾਈ ਉਹ ਆਪਾਂ ਇਹ ਕਹੀਏ ਕਿ ਗਵਰਨਰ ਕੁਛ ਨਹੀਂ, ਚੁਣੀ ਹੋਈ ਸਰਕਾਰ ਸਭ ਕੁਛ ਹੈ, ਇਹ ਬਿਲਕੁਲ ਗਲਤ ਆ। ਦੇਸ਼ ਕਾਨੂੰਨ ਦੇ ਅਨੁਸਾਰ ਚੱਲਦਾ ਹੈ, ਦੇਸ਼ ਸੰਵਿਧਾਨ ਦੇ ਅਨੁਸਾਰ ਚੱਲਦਾ ਹੈ ਔਰ ਸੰਵਿਧਾਨ ਦੇ ਸਰਕਾਰ ਦੇ ਆਪਣੇ ਰਾਈਟ ਹੈ, ਗਵਰਨਰ ਦੇ ਕੋਲ ਆਪਣੇ ਰਾਈਟ ਹੈ। ਗਵਰਨਰ ਨੇ ਵੀ ਪੰਜਾਬ ਦੇ ਹਿੱਤਾਂ ਨੂੰ ਦੇਖਣਾ ਹੈ, ਸਰਕਾਰ ਨੇ ਵੀ ਪੰਜਾਬ ਦੇ ਹਿੱਤਾਂ ਨੂੰ ਦੇਖਣਾ ਹੈ ਔਰ ਗਵਰਨਰ ਨੇ ਵੀ ਇਹ ਚੀਜ਼ ਨੂੰ ਦੇਖਣੀ ਹੈ ਕਿ ਭਾਈ ਇਹ ਜੋ ਕੁਝ ਹੋ ਰਿਹਾ ਹੈ ਐਸ ਪਰ ਦਾ ਲਾ, ਐਸ ਪਰ ਦਾ ਸੰਵਿਧਾਨ ਹੋ ਰਿਹਾ ਹੈ। ਅਗਰ ਸੰਵਿਧਾਨ ਦੇ ਕਿਸੇ ਜਗ੍ਹਾ ਦੇ ਉੱਪਰ ਗਲਤ ਕਰਦੇ ਹੈ ਤੇ ਗਵਰਨਰ ਦਾ ਕੰਮ ਹੈ ਉਸ ਤੋਂ ਕਲੈਰੀਫਿਕੇਸ਼ਨ ਹੈ। ਚੰਗ ਸਾਹਿਬ ਬਿਲਕੁਲ ਗੱਲ ਇਹ ਆ, ਗਵਰਨਰ ਨੇ ਪੰਜਾਬ ਦੇ ਹਿੱਤ ਦੇਖ ਨਹੀਂ ਨਾ ਰਹੇ। ਇਹੀ ਤਾਂ ਸਾਡਾ ਸਵਾਲ ਹੈ। ਗਵਰਨਰ ਭਾਜਪਾ ਦੇ ਹਿੱਤ ਦੇਖ ਰਹੇ ਆ, ਗਵਰਨਰ ਵਾਰ-ਵਾਰ ਸਰਕਾਰ ਦੇ ਕੰਮ 'ਚ ਇੰਟਰਫੇਅਰ ਕਰ ਰਹੇ ਆ। ਇਹ ਲੋਕਾਂ ਦੀ ਚੁਣੀ ਹੋਈ ਸਰਕਾਰ ਕੋਲ ਤਾਕਤ ਨਹੀਂ ਆ ਤੇ ਫਿਰ ਮੁਲਕ ਤਾਨਾਸ਼ਾਹੀ ਵੱਲ, ਇਹਦਾ ਮਤਲਬ ਤੇ ਤੁਸੀਂ ਤਾਨਾਸ਼ਾਹੀ ਨੂੰ ਐਕਸੈਪਟ ਕਰ ਰਹੇ ਹੋ। ਫਿਰ ਸੰਵਿਧਾਨ ਦੀ ਕੀ ਲੋੜ ਹੈ? ਫਿਰ ਬਾਬਾ ਸਾਹਿਬ ਅੰਬੇਡਕਰ ਵਰਗੇ ਮਹਾਨ ਲੋਕਾਂ ਦੀ ਤੁਸੀਂ ਮਜ਼ਾਕ ਸਮਝ ਰਹੇ ਉਹਨਾਂ ਦੀ ਜਿਹੜੇ ਦਿੱਤਾ ਹੋਇਆ ਸੰਵਿਧਾਨ ਨੂੰ ਤੁਸੀਂ ਟਿੱਚ ਨਹੀਂ ਜਾਣਦੇ। ਇਹੀ ਤੇ ਭਾਜਪਾ ਦਾ ਜਿਹੜਾ ਪੂਰਾ ਇੱਕ ਕਿਰਦਾਰ ਹੈ ਉਹ ਤੇ ਵੈਸੇ ਵੀ ਤਾਨਾਸ਼ਾਹੀ ਵੱਲ ਵੱਧ ਰਿਹਾ ਹੈ ਔਰ ਲਗਾਤਾਰ ਇੱਕ ਤੋਂ ਬਾਅਦ ਇੱਕ ਵਾਰ ਹੋਇਆ। ਇਹੀ ਤੇ ਹੀ ਕਹਿੰਦੇ ਆ ਜਿੱਥੇ ਨੌਨ ਬੀਜੇਪੀ ਰੂਲ ਸਟੇਟ ਹੈ ਉੱਥੇ ਗਵਰਨਰ ਦੇ ਰਾਹੀਂ ਭਾਜਪਾ ਦੇ ਹਿੱਤ ਸਾਧੇ ਜਾ ਰਹੇ ਆ ਚੁਣੀਆਂ ਹੋਈਆਂ ਸਰਕਾਰਾਂ ਨੂੰ। ਔਰ ਲਗਾਤਾਰ ਯਾਨੀ ਤੁਸੀਂ ਕੋਸ਼ਿਸ਼ ਸਾਫ਼ ਨਹੀਂ ਹੋਈ। ਤੁਸੀਂ ਦਿੱਲੀ 'ਚ ਬਰਾੜ ਸਾਹਿਬ ਲਾਸਟ ਦਿੱਲੀ 'ਚ ਏਡਾ ਵੱਡਾ ਮੈਂਡੇਟ ਦਿੱਤਾ ਲੋਕਾਂ ਨੇ ਦਿੱਤਾ ਨਾ, ਤੇ ਉੱਥੇ ਮੇਅਰ ਕਿਉਂ ਨਹੀਂ ਇਲੈਕਸ਼ਨ ਹੋਇਆ? ਕਿਉਂ ਨਹੀਂ 3 ਮਹੀਨੇ ਕਿਉਂ ਨਹੀਂ ਬਣ ਦਿੱਤਾ ਗਿਆ? ਫਿਰ ਮਾਨਯੋਗ ਸੁਪਰੀਮ ਕੋਰਟ 'ਚ ਜਾਣਾ ਪਿਆ ਨਾ। ਤੇ ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਆ ਕਿ ਤੁਸੀਂ ਲੋਕਾਂ ਦੀ ਤਾਕਤ ਨੂੰ, ਲੋਕਾਂ ਦੀ ਡੈਮੋਕ੍ਰੇਸੀ ਨੂੰ ਟਿੱਚ ਜਾਣਦੇ ਹੋ ਔਰ ਪੰਜਾਬ 'ਚ ਵੀ ਗਵਰਨਰ ਦੇ ਰਾਹੀਂ ਕੀਤਾ ਜਾ ਰਿਹਾ। ਲੇਕਿਨ ਪੰਜਾਬੀ ਰਿਐਕਟ ਕਰਨਗੇ, ਪੰਜਾਬੀ ਦਬਣ ਵਾਲੇ ਨਹੀਂ ਇਸ ਤਰੀਕੇ ਨਾਲ। ਭਾਜਪਾ ਸਾਡੇ ਨਾਲ ਵੀਰ ਦਵਿੰਦਰ ਸਿੰਘ ਜੁੜ ਗਏ ਨੇ, ਬੈਸਟ ਪਾਰਲੀਮੈਂਟੇਰੀਅਨ ਰਹਿ ਚੁੱਕੇ ਨੇ। ਵੀਰ ਦਵਿੰਦਰ ਜੀ, ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ? ਕੰਗ ਸਾਹਿਬ ਖੈਰ ਫੋਨ ਕੱਟ ਗਏ, ਤੁਸੀਂ ਕਿਵੇਂ ਦੇਖਦੇ ਹੋ ਇਸ ਕ੍ਰਾਈਸਿਸ ਨੂੰ? ਹੁਣ ਸੁਪਰੀਮ ਕੋਰਟ ਪਹੁੰਚ ਗਈ ਹੈ ਪੰਜਾਬ ਸਰਕਾਰ। ਦੇਖੋ ਗੱਲ ਇਹ ਹੈ ਭਈ ਸੁਪਰੀਮ ਕੋਰਟ 'ਚ 2-3 ਇਸ਼ੂ ਜਿਹੜੇ ਨੇ ਉਹ ਜ਼ਰੂਰ ਆਉਣਗੇ ਜੀ। ਸਰਕਾਰ ਨੂੰ ਵੀ ਕੁਝ ਚੀਜ਼ਾਂ ਦਾ ਜਵਾਬ ਦੇਣਾ ਪਏਗਾ ਜੀ। ਪਹਿਲੀ ਤਾਂ ਗੱਲ ਇਹ ਹੈ ਕਿ ਗਵਰਨਰ ਸਾਹਿਬ ਨੇ ਹਾਲੇ ਡਿਨਾਈ ਨਹੀਂ ਕੀਤਾ। ਸਮਝ ਗਏ ਨਾ ਜੀ? ਜਦ ਡਿਨਾਈ ਨਹੀਂ ਕੀਤਾ, ਉਹਨਾਂ ਨੇ ਕਿਹਾ ਕਿ ਪਹਿਲਾਂ ਮੇਰੀਆਂ ਇਹਨਾਂ ਗੱਲਾਂ ਦਾ ਜਿਹੜੀਆਂ ਮੈਂ ਚਿੱਠੀਆਂ ਭੇਜੀਆਂ ਸੀ ਉਹਦਾ ਜਵਾਬ ਦਿਓ, ਫਿਰ ਮੈਂ ਇਸ ਤੇ ਗੌਰ ਕਰਾਂਗਾ। ਇਹ ਗੱਲ ਹਾਂ, ਗੌਰ ਕਰਾਂਗਾ। ਡਿਨਾਈ ਨਹੀਂ ਕੀਤਾ, ਗੌਰ ਕਰਾਂਗਾ। ਅੱਛਾ, ਗੌਰ ਕਰਨਾ ਪੋਜ਼ਿਟਿਵ ਗੱਲ ਹੁੰਦੀ, ਠੀਕ ਹੈ ਨਾ ਜੀ।
ਨਾ ਗੌਰ ਕਰਨਾ ਨੈਗੇਟਿਵ ਹੈ ਵੀ ਮੈਂ ਨਹੀਂ ਕੰਸੀਡਰ ਕਰਾਂਗਾ ਤੁਹਾਡੀ ਇਹ ਗੱਲ, ਠੀਕ ਹੈ ਨਾ ਜੀ। ਅੱਛਾ, ਦੂਸਰੀ ਗੱਲ ਇਹ ਹੈ ਕਿ ਸੁਪਰੀਮ ਕੋਰਟ 'ਚ ਇਸ਼ੂ ਜਿਹੜਾ ਹੈਗਾ ਉਹ ਕਹਿਣਗੇ ਡਿਨਾਇਲ ਕਿੱਥੇ ਆ, ਉਹ ਲਿਆਓ where governor has rejected this, ਪਹਿਲੀ ਗੱਲ। ਦੂਸਰੀ ਗੱਲ ਇਹ ਹੈ ਕਿ ਜਦੋਂ ਸੁਪਰੀਮ ਕੋਰਟ ਜਾਣਗੇ ਤਾਂ ਜ਼ਾਹਿਰ ਹੈ ਕਿ ਗਵਰਨਰ ਸਾਹਿਬ ਵੱਲੋਂ ਵੀ ਕੋਈ ਵਕੀਲ ਪੇਸ਼ ਹੋਏਗਾ, ਠੀਕ ਹੈ ਨਾ, ਉਹ ਆਪਣਾ ਪੱਖ ਪੇਸ਼ ਕਰਨਗੇ, ਜਿਹਦੇ 'ਚ ਖਾਸ ਕਰਕੇ ਮੈਂ ਅੱਗੇ ਵੀ ਕਿਹਾ ਸੀ ਵੀ ਇਹ ਜਿਹੜਾ ਟਵੀਟ ਕੀਤਾ ਨਾ ਭਗਵੰਤ ਮਾਨ ਉਹਨਾਂ ਨੇ, ਇਹ ਇਹਨਾਂ ਦੇ ਗਲੇ ਦੀ ਕਬਾਬ ਦੀ ਹੱਡੀ ਬਣੇਗਾ, ਠੀਕ ਹੈ ਨਾ। ਜਿਹੜਾ ਗਵਰਨਰ ਦੀ ਨਿਯੁਕਤੀ ਵਾਲਾ ਨਹੀਂ, ਜਿਹੜਾ ਪਹਿਲਾ ਟਵੀਟ ਆ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਮੈਂ ਸਿਰਫ 3 ਕਰੋੜ ਲੋਕਾਂ ਨੂੰ ਜਵਾਬ ਦੇ ਆ, ਸੰਵਿਧਾਨ ਨੂੰ ਨਹੀਂ, ਮਤਲਬ ਗਵਰਨਰ ਨੂੰ ਨਹੀਂ ਮੈਂ ਜਵਾਬ ਦੇ, ਦਿੱਲੀ ਦੇ ਨਿਯੁਕਤ ਕੀਤੇ ਗਵਰਨਰ ਨੂੰ ਮੈਂ ਜਵਾਬ ਦੇ ਨਹੀਂ ਹਾਂ, ਠੀਕ ਹੈ। ਲੇਕਿਨ ਇਹ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਇਹ ਉਹਨਾਂ ਦੀ ਓਥ ਦੀ ਵਾਇਓਲੇਸ਼ਨ ਹੈ, ਠੀਕ ਹੈ। ਸਹੁੰ ਜਿਹੜੀ ਹੈ ਉਹਨਾਂ ਨੇ ਸੰਵਿਧਾਨ ਦੀ ਚੁੱਕੀ ਹੈ, ਵਫਾਦਾਰੀ ਦੀ। ਇਹਦੇ 'ਚ ਸੰਵਿਧਾਨਕ ਨਿਯੁਕਤੀ ਹੈ ਗਵਰਨਰ ਦੀ, ਗਵਰਨਰ ਸੰਵਿਧਾਨ ਦਾ ਨੁਮਾਇੰਦਾ ਹੈ, ਠੀਕ ਹੈ। ਜਦੋਂ ਮੁੱਖ ਮੰਤਰੀ ਜਿਹੜਾ ਹੈ ਉਹ ਇਹ ਕਹਿ ਰਿਹਾ ਕਿ ਮੈਂ ਉਸ ਸੰਵਿਧਾਨਕ ਅਥਾਰਟੀ ਨੂੰ ਅਕਾਊਂਟੇਬਲ ਨਹੀਂ ਹਾਂ, ਇਹਦਾ ਮਤਲਬ ਇਹ ਹੈ ਵੀ ਉਹ ਉਸ ਓਥ ਨੂੰ ਵੀ ਵਾਇਓਲੇਟ ਕਰ ਰਹੇ ਨੇ ਜੀ, ਜਿਹੜੀ ਉਹਨਾਂ ਨੇ ਸੰਵਿਧਾਨ ਦੀ ਚੁੱਕੀ ਹੈ, ਠੀਕ ਹੈ ਨਾ। ਇਹਦੇ 'ਚ ਇਹ ਹੋ ਸਕਦਾ ਕਿ ਮਾਨਯੋਗ ਸੁਪਰੀਮ ਕੋਰਟ ਇਹਨਾਂ ਨੂੰ ਕਹੇ ਵੀ ਤੁਸੀਂ ਪਹਿਲਾਂ ਇਹ ਐਫੀਡੇਵਿਟ ਦਿਓ, ਆਪਣਾ ਫਾਈਲ ਕਰੋ ਵੀ ਤੁਸੀਂ ਸੰਵਿਧਾਨ ਨੂੰ ਮੰਨਦੇ ਹੋ ਕਿ ਨਹੀਂ, ਜਾਂ ਜਿਹੜੀਆਂ ਗਵਰਨਰ ਦੀਆਂ ਸੰਵਿਧਾਨਕ ਸ਼ਕਤੀਆਂ ਨੇ ਉਹਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ। ਹੁਣ ਉਸ ਐਫੀਡੇਵਿਟ 'ਚ ਕੀ ਕਹਿਣਗੇ, ਠੀਕ ਹੈ, ਇਹਨਾਂ ਨੂੰ ਐਲੀਜੀਐਂਸ ਜਿਹੜੀ ਹੈ ਓਥ ਆਫ ਐਲੀਜੀਐਂਸ ਟੂ ਇੰਡੀਅਨ ਕਨਸਟੀਟਿਊਸ਼ਨ ਇਹਨਾਂ ਨੇ ਸਹੁੰ ਚੁੱਕੀ ਹੈ, ਜ਼ਿਆਦਾ ਇਹ ਕਹਿਣਗੇ ਵੀ ਉਹ ਸਹੁੰ ਮੈਂ ਵਾਇਓਲੇਟ ਕਰਤੀ, ਮੇਰਾ ਹੁਣ ਸੰਵਿਧਾਨ ਨਾਲ ਕੋਈ ਤਾਲੁਕ ਨਹੀਂ, ਮੇਰਾ ਤਾਂ ਸਾਰਾ 3 ਕਰੋੜ ਲੋਕਾਂ ਨਾਲ ਹੈ। ਨਹੀਂ, ਪਰ ਉਹ ਕਹਿੰਦੇ ਨੇ ਕੰਗ ਸਾਹਿਬ ਜੁੜੇ ਹੋਏ ਸੀ, ਫੋਨ ਕੱਟ ਕੇ ਮੁੜ ਕੇ ਉਹ ਕਾਹਲੀ 'ਚ ਇਹ ਕਹਿ ਰਹੇ ਨੇ ਕਿ ਸਾਡੇ ਨਜਾਇਜ਼ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ ਨੇ ਗਵਰਨਰ, ਔਰ ਅਸੀਂ ਨਹੀਂ ਬਰਦਾਸ਼ਤ ਕਰਾਂਗੇ। ਉਹ ਜੀ ਜਿਹੜੇ ਗਵਰਨਰ ਨੂੰ ਜਿਹੜੇ ਸੰਵਿਧਾਨ ਨੇ ਅਧਿਕਾਰ ਦਿੱਤੇ ਨੇ, ਉਹ ਉਹਨਾਂ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹਨਾਂ ਤੋਂ ਜਾਣਕਾਰੀਆਂ ਮੰਗ ਰਹੇ ਨੇ। ਉਹਨੂੰ ਇਹ ਇੰਟਰਪ੍ਰੀਟੇਸ਼ਨ ਦੀ ਗੱਲ ਆ ਨਾ, ਉਹਨੂੰ ਇਹ ਕਹਿੰਦੇ ਨੇ ਜੀ ਨਜਾਇਜ਼ ਦਖਲ ਆ, ਲੇਕਿਨ ਸੰਵਿਧਾਨ ਦੇ ਮੁਤਾਬਕ ਉਹ ਜਾਇਜ਼ ਦਖਲ, ਨਜਾਇਜ਼ ਨਹੀਂ ਹੈ। ਜਦੋਂ ਦੇਖੋ ਜਿਹੜੀ ਇੰਟਰਪ੍ਰੀਟੇਸ਼ਨ ਸੁਪਰੀਮ ਕੋਰਟ, ਮਾਨਯੋਗ ਸੁਪਰੀਮ ਕੋਰਟ ਨੇ ਕਰਨੀ ਹੈ, ਉਹਨਾਂ ਨੇ ਤਾਂ ਇੰਟਰਪ੍ਰੀਟੇਸ਼ਨ ਸੰਵਿਧਾਨ ਮੁਤਾਬਕ ਕਰਨੀ ਹੈ, ਠੀਕ ਹੈ ਨਾ ਜੀ। ਉਹਨਾਂ ਦਾ ਨਜ਼ਰੀਆ ਨਾ ਤਾਂ ਮਾਨ ਸਾਹਿਬ ਦੇ ਹਿਸਾਬ ਨਾਲ ਹੋਣਾ, ਨਾ ਇਹ ਕੰਗ ਸਾਹਿਬ ਦੇ ਹਿਸਾਬ ਨਾਲ, ਠੀਕ ਹੈ ਨਾ। ਉਹ ਤਾਂ ਜੋ ਸੰਵਿਧਾਨ ਦੇ ਮੁਤਾਬਿਕ ਹੈ ਉਹ ਹੋਣਾ, ਉਹਦੇ 'ਚ ਇਹਨਾਂ ਨੂੰ ਐਫੀਡੇਵਿਟ ਦਾਖਲ ਕਰਨਾ ਪੈਣਾ ਸੁਪਰੀਮ ਕੋਰਟ। ਤੁਸੀਂ ਬੜੇ ਰਹਿਣਾ ਵੀਰ ਦਵਿੰਦਰ ਜੀ। ਸਾਡੇ ਨਾਲ ਨਾ ਨੀਲ ਗਰਗ ਜੁੜ ਗਏ ਨੇ, ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੇ। ਗਰਗ ਸਾਹਿਬ, ਵੀਰ ਦਵਿੰਦਰ ਜੀ ਜੁੜੇ ਹੋਏ ਨੇ। ਇਹਨਾਂ ਨੇ ਸੰਵਿਧਾਨ ਦੀ ਗੱਲ ਕੀਤੀ ਹੈ ਕਿ ਜੋ ਮੁੱਖ ਮੰਤਰੀ ਨੇ ਪਹਿਲਾ ਟਵੀਟ ਕੀਤਾ ਸੀ, ਪਹਿਲੀ ਸਟੇਟਮੈਂਟ ਦਿੱਤੀ ਸੀ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਆ, ਤੁਹਾਨੂੰ ਨਹੀਂ ਆ, ਉਹ ਉਹਨਾਂ ਦੀ ਜਿਹੜੀ ਓਥ ਉਹਨਾਂ ਨੇ ਲਈ ਸੰਵਿਧਾਨ ਦੀ, ਉਹਦੇ ਹੀ ਅਗੇਂਸਟ ਜਾਂਦੀ ਹੈ। ਤੇ ਇਹਨਾਂ ਸਵਾਲਾਂ ਦੇ ਜਵਾਬ ਵੀ ਜੇ ਸਰਕਾਰ ਖੁਦ ਹੀ ਭਾਵੇਂ ਸੁਪਰੀਮ ਕੋਰਟ 'ਚ ਗਈ ਹੈ ਤਾਂ ਇਹਨਾਂ ਸਵਾਲਾਂ ਦੇ ਜਵਾਬ ਸਰਕਾਰ ਨੂੰ ਵੀ ਉੱਥੇ ਦੇਣੇ ਪੈਣਗੇ। ਦੇਖੋ, ਜਿਹੜਾ ਸੰਵਿਧਾਨ ਹੈ ਉਹ ਸਾਰਿਆਂ ਲਈ ਬਰਾਬਰ ਹੈ। ਇੰਟਰਪ੍ਰੀਟੇਸ਼ਨ ਮੈਂ ਵੀਰ ਦਵਿੰਦਰ ਸਾਹਿਬ ਨੂੰ ਸੁਣਿਆ ਸੀ, ਬੜੇ ਸੀਨੀਅਰ ਲੀਡਰ ਨੇ, ਵਿਧਾਨ ਸਭਾ ਦੇ ਵਿੱਚ ਸਪੀਕਰ ਰਹੇ ਹੈਗੇ ਆ ਇਹ। ਜਿਹੜੀ ਇਹ ਗੱਲ ਕਹਿ ਰਹੇ ਨੇ, ਬਿਲਕੁਲ ਸੰਵਿਧਾਨ ਨੂੰ ਮੰਨਣਾ ਚਾਹੀਦਾ, ਪਰ ਦਿੱਕਤ ਇਹ ਹੈਗੀ ਹੈ ਜਦੋਂ ਦੀ ਬੀਜੇਪੀ ਦੀ ਸਰਕਾਰ ਆਈ ਹੈ, ਸੰਵਿਧਾਨ ਨੂੰ ਛਿੱਕੇ ਟੰਗਤਾ, ਲੋਕਤੰਤਰ ਨੂੰ ਛਿੱਕੇ ਟੰਗਤਾ। ਤੁਸੀਂ ਇਕੱਲੇ ਪੰਜਾਬ ਦੇ ਸੰਦਰਭ ਦੇ ਵਿੱਚ ਕੀ ਦੇਖਦੇ ਹੋ? ਆਲ ਇੰਡੀਆ ਪਿਕਚਰ ਜਦੋਂ ਤੁਸੀਂ ਦੇਖ ਲਿਓ, ਪਿਛਲੇ ਦਿਨੀ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਨੇ ਮਹਾਰਾਸ਼ਟਰ ਦੇ ਸੰਦਰਭ ਦੇ ਵਿੱਚ ਉੱਥੋਂ ਦੇ ਗਵਰਨਰ ਦੇ ਉੱਤੇ ਟਿੱਪਣੀ ਕੀਤੀ ਕਿ ਗਵਰਨਰ ਨੂੰ ਜਿਹੜਾ ਹੈਗਾ ਉਹ ਰਾਜਨੀਤਿਕ ਗਤੀਵਿਧੀਆਂ 'ਚ ਹਿੱਸਾ ਨਹੀਂ ਲੈਣਾ ਚਾਹੀਦਾ, ਉਸ ਨੂੰ ਵੀ ਛੱਡੋ। ਪਿਛਲੇ ਦਿਨੀ ਦਿੱਲੀ ਦੇ ਵਿੱਚ ਤੁਸੀਂ ਦੇਖੋ 2
ਮਹੀਨਿਆਂ ਬਾਅਦ ਅਸੀਂ ਮੇਅਰ ਬਣਾ ਪਾਏ ਉੱਥੇ, ਉਹ ਵੀ ਸੁਪਰੀਮ ਕੋਰਟ ਦੀ ਇੰਟਰਵੈਂਸ਼ਨ ਤੋਂ ਬਾਅਦ। ਡਿਪਟੀ ਮੇਅਰ ਚੁਣਨਾ ਪਿਆ ਤਾਂ ਸਾਨੂੰ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਿਆ। ਕਾਰਨ ਕੀ ਹੈਗਾ ਕਿ ਸੰਵਿਧਾਨ ਨੂੰ ਇਹ ਮੰਨਣ ਨੂੰ ਤਿਆਰ ਹੀ ਨਹੀਂ। ਉਹੀ ਸੰਵਿਧਾਨ ਹੈ, ਉਹੀ LG ਨੂੰ ਵੀ ਕਹਿੰਦਾ, ਗਵਰਨਰ ਨੂੰ ਵੀ ਕਹਿੰਦਾ। ਗਵਰਨਰ ਨੇ ਹਮੇਸ਼ਾ ਜਿਹੜਾ ਕੈਬਨਿਟ ਦੀ ਇੱਛਾ ਦੇ ਮੁਤਾਬਕ ਕੰਮ ਕਰਨਾ ਹੁੰਦਾ ਹੈ। ਸੰਵਿਧਾਨਕ ਉਹ ਕਨਸਟੀਟਿਊਸ਼ਨਲ ਹੈੱਡ ਹੈਗਾ, ਲੇਕਿਨ ਮੁੱਖ ਮੰਤਰੀ ਵੀ ਚੁਣਿਆ ਹੋਇਆ ਹੈੱਡ ਹੈਗਾ ਜਿਹੜਾ 3 ਕਰੋੜ ਲੋਕਾਂ ਦਾ ਨੁਮਾਇੰਦਾ ਹੈਗਾ। ਇਤਰਾਜ਼ ਜਿਹੜਾ ਹੈਗਾ ਜਿਸ ਤਰੀਕੇ ਦੀ ਚਿੱਠੀ ਪੱਤਰ ਜੋ ਹੋਇਆ, ਉਹ ਚਿੱਠੀ ਜਿਹੜੀ ਆ ਮੀਡੀਆ ਨੂੰ ਲੀਕ ਕਰਨ ਦੀ ਜ਼ਰੂਰਤ ਨਹੀਂ ਸੀ, ਜਿੱਥੋਂ ਇਹ ਸਿੱਧ ਹੁੰਦਾ ਕਿ ਉਹ ਰਾਜਨੀਤੀ ਕਰ ਰਿਹਾ ਗਵਰਨਰ। ਜੇਕਰ ਜਿਹੜੇ ਉਹ ਸਵਾਲ ਪੁੱਛ ਰਿਹਾ, ਪਰ ਗਰਗ ਸਾਹਿਬ ਤੁਹਾਡੇ ਵੱਲੋਂ ਵੀ ਜੋ ਗਵਰਨਰ ਸਾਹਿਬ ਨੇ ਉਦੋਂ ਚਿੱਠੀਆਂ ਸਾਹਮਣੇ ਲਿਆਂਦੀਆਂ, ਤੁਹਾਡੇ ਵੱਲੋਂ ਵੀ ਇੱਕ ਅੰਗਰੇਜ਼ੀ ਦੀ ਚਿੱਠੀ ਭੇਜੀ ਗਈ, ਇੱਕ ਪੰਜਾਬੀ ਦੀ ਚਿੱਠੀ ਭੇਜੀ ਗਈ। ਪੰਜਾਬੀ ਦੀ ਚਿੱਠੀ ਦੀ ਸ਼ਬਦਾਵਲੀ ਹੋਰ ਸੀ, ਅੰਗਰੇਜ਼ੀ ਦੀ ਚਿੱਠੀ ਦੀ ਸ਼ਬਦਾਵਲੀ ਹੋਰ ਸੀ। ਉਹਨਾਂ ਨੇ ਉਹਦੇ ਬਾਰੇ ਵੀ ਸਪਸ਼ਟੀਕਰਨ ਮੰਗ ਲਿਆ। ਨਹੀਂ ਦੇਖੋ, ਸਪਸ਼ਟੀਕਰਨ ਨੂੰ ਜੀ ਸਦਕੇ ਮੰਗਣ, ਜੋ ਉਹਨਾਂ ਨੂੰ ਸੰਵਿਧਾਨ ਦੇ ਵਿੱਚ ਹੱਕ ਮਿਲਿਆ ਹੋਇਆ ਉਹਦੇ ਸੰਵਿਧਾਨ ਦੇ ਮੁਤਾਬਕ ਉਹ ਕੰਮ ਕਰਨ। ਪਰ ਉਸ ਇਹ ਨਹੀਂ ਨਾ ਹੁੰਦਾ ਵੀ ਆਹ ਚੀਜ਼ ਤਾਂ ਮੈਂ ਮੰਨਾਂਗਾ, ਆਹ ਚੀਜ਼ ਮੈਂ ਨਹੀਂ ਮੰਨਦਾ। ਆਪਦੀ ਵਿਜਨ ਕਿ ਵਿਲ ਐਂਡ ਵਿਸ਼ ਦੇ ਮੁਤਾਬਕ ਕੰਮ ਨਹੀਂ ਨਾ ਕਰ ਸਕਦੇ। ਜਿਹੜਾ ਹੈਗਾ ਸਾਡਾ ਫੈਡਰਲ ਸਟਰਕਚਰ ਹੈਗਾ, ਫੈਡਰਲ ਸਟਰਕਚਰ ਦੇ ਵਿੱਚ ਸੰਵਿਧਾਨ ਦੇ ਵਿੱਚ ਹਰ ਇੱਕ ਦੀ ਜਿਹੜੀਆਂ ਸ਼ਕਤੀਆਂ ਹੈਗੀਆਂ ਉਹ ਬਿਲਕੁਲ ਕਲੀਅਰ ਕੱਟ ਮੈਂਸ਼ਨ ਕੀਤੀਆਂ ਹੋਈਆਂ। ਉਸ ਤੋਂ ਬਾਹਰ ਨਾ ਗਵਰਨਰ ਸਾਹਿਬ ਜਾ ਸਕਦੇ ਨੇ ਤੇ ਨਾ ਹੀ ਕੋਈ ਜਾਨੀ ਕਿ ਚੁਣੇ ਹੋਏ ਨੁਮਾਇੰਦੇ ਜਾ ਸਕਦੇ ਆ। ਪਰ ਗੱਲ ਤੇ ਇਹ ਹੈਗੀ ਜਿਸ ਤਰੀਕੇ ਦੀ ਖੇਡ BJP ਲਗਾਤਾਰ ਆਪਣੇ ਗਵਰਨਰਾਂ ਦੇ ਥਰੂ ਚੁਣ ਜਾਨੀ ਕਿ ਖੇਡ ਰਹੀ ਹੈਗੀ ਹੈ, ਉਹ ਕਿਸੇ ਤੋਂ ਛੁਪੀ ਹੋਈ ਥੋੜ੍ਹਾ ਹੈਗੀ ਹੈ। ਅੱਜ ਬਲਕਿ ਚਾਹੀਦਾ ਤੇ ਵੀਰ ਦਵਿੰਦਰ ਜੀ ਨੇ ਸੀਨੀਅਰ ਲੀਡਰ ਨੇ, ਠੀਕ ਹੈ ਕਿ ਨਹੀਂ, ਉਹਨਾਂ ਨੂੰ ਮੈਂ ਬੜੇ TV ਚੈਨਲਾਂ ਤੇ ਉਹਨਾਂ ਨੂੰ ਸੁਣਿਆ, ਅੱਜ ਵੀ ਉਹਨਾਂ ਨੂੰ ਸੁਣ ਰਿਹਾ ਸੀ। ਠੀਕ ਹੈ, ਉਹ ਆਪਦੇ ਮੁਤਾਬਕ ਹਰ ਇੱਕ ਬੰਦੇ ਨੂੰ ਗੱਲ ਕਹਿਣ ਦਾ ਅਧਿਕਾਰ ਹੈ। ਅੱਜ ਗੱਲ ਜਿਸ ਤਰੀਕੇ ਨਾਲ ਤੁਸੀਂ ਸਾਰੀਆਂ ਵਿਰੋਧੀ ਧਿਰਾਂ ਨੂੰ ਦੇਖ ਰਹੇ ਹੋ, ਜਿਹੜੀਆਂ ਵਿਰੋਧੀ ਧਿਰਾਂ ਸੱਤਾ ਤੋਂ ਬਾਹਰ ਨੇ, ਉਹ ਸੱਤਾ ਦੇ ਵਿੱਚ ਆਉਣ ਲਈ ਤਰਲੋ ਮੱਛੀ ਹੈਗੀਆਂ। ਅੱਜ ਉਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਸ਼ਾਇਦ ਗਵਰਨਰ ਦੀ ਹਮਾਇਤ ਕਰਕੇ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਰ ਲਾਂਗੇ, ਜਿਹਨੂੰ ਕਿ ਪੰਜਾਬ ਦੇ 3 ਕਰੋੜ ਜਨਤਾ ਨੇ ਚੁਣਿਆ। ਤਾਂ ਹੋਣ ਵਾਲਾ ਨਹੀਂ ਹੈਗਾ। ਜੇ ਅੱਜ ਬਜਟ ਸੈਸ਼ਨ ਵਿੱਚ ਗਵਰਨਰ ਕਿਸ ਤਰੀਕੇ ਨਾਲ ਮਨਾ ਕਰ ਸਕਦਾ ਹੈ ਇਜਾਜ਼ਤ ਦੇਣ ਤੋਂ ਕਿ ਇਹ ਉਹੀ ਸੰਵਿਧਾਨ ਕਹਿੰਦਾ? ਤੁਸੀਂ ਵੀਰ ਦਵਿੰਦਰ ਸਾਹਿਬ ਦੱਸ ਦੇਣ। ਜੇ ਸੰਵਿਧਾਨ ਇਹ ਕਹਿੰਦਾ ਹੈ ਕਿ ਗਵਰਨਰ ਜਿਹੜਾ ਹੈਗਾ ਉਹ ਰਿਫਿਊਜ਼ ਕਰ ਸਕਦਾ ਹੈ ਬਜਟ ਸੈਸ਼ਨ ਨੂੰ, ਤਾਂ ਫਿਰ ਅਸੀਂ ਮੰਨ ਲਿਓ ਉਸ ਕਰ ਸੁਪਰੀਮ ਕੋਰਟ। ਸਾਡੇ ਨਾਲ ਸਰੀਨ ਸਾਹਿਬ ਵੀ ਜੁੜ ਗਏ ਆ। ਮੈਂ ਸਰੀਨ ਸਾਹਿਬ ਕੋਲ ਆ ਰਿਹਾ, ਪਰ ਮੈਂ ਕਮੈਂਟ ਪਹਿਲਾਂ ਵੀਰ ਦਵਿੰਦਰ ਜੀ ਤੁਹਾਡੇ ਤੋਂ ਚਾਹੂੰਗਾ ਜਿਹੜੀ ਗੱਲ ਨੀਲ ਗਰਗ ਸਾਹਿਬ ਕਰ ਰਹੇ ਨੇ। ਦੇਖੋ, ਗੱਲ ਇਹ ਹੈ ਬਰਾੜ ਸਾਹਿਬ, ਇੱਕ ਤਾਂ ਮੈਂ ਕੋਈ ਪੋਲੀਟੀਕਲ ਸਟੇਟਮੈਂਟ ਨਹੀਂ ਦੇਣੀ, ਠੀਕ ਹੈ, ਨਾ ਮੈਂ ਕਿਸੇ ਪੋਲਿਟਿਕਸ 'ਚ ਹੈਗਾ, ਠੀਕ ਹੈ ਨਾ। ਨਹੀਂ, ਮੈਂ ਤੁਹਾਡੇ ਤੋਂ ਤਵੱਕੋ ਵੀ ਸੰਵਿਧਾਨ ਦੇ ਜੋ ਨੋਰਮਸ ਨੇ ਉਸ ਦੇ ਮੁਤਾਬਿਕ ਹੀ ਕਰ ਰਹੇ। ਜੀ, ਮੈਂ ਸਿਰਫ ਉਸ ਦੇ ਦਾਇਰੇ 'ਚ ਹੀ ਰਹਿ ਕੇ ਗੱਲ ਕਰਾਂਗਾ। ਮੇਰੀ ਗੱਲ ਜਿਹੜੀ ਹੈ ਉਹ ਜਿੰਨੀ ਕੁ ਬਣਦੀ ਹੈ ਮੈਂ ਉਨੀ ਕੀ ਕਰਾਂਗਾ। ਮੈਂ ਆਈ ਵਿਲ ਨਾਟ ਗੋ ਬਿਯੋਂਡ ਮਾਈ ਬਰੀਫ। ਇੱਕ ਤਾਂ ਇਹ ਹੈ ਕਿ ਇਹ ਠੀਕ ਹੈ ਕਿ ਦੇਖੋ, ਆਰਟੀਕਲ ਨੇ, ਸੰਵਿਧਾਨ ਨੇ ਸਭ ਕੁਝ ਡਿਫਾਈਨ ਕੀਤਾ ਹੈ। ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦਾ ਅਧਿਕਾਰ ਗਵਰਨਰ ਪਾਸ ਹੈ। ਅੰਡਰ ਆਰਟੀਕਲ 174 ਗਵਰਨਰ ਹੈਜ਼ ਟੂ ਸਮਨ ਦੀ ਹਾਊਸ, ਠੀਕ ਹੈ ਨਾ। ਠੀਕ ਹੈ, ਉਹਦੀ ਸਿਫਾਰਿਸ਼ ਕਰਨ ਦਾ ਅਧਿਕਾਰ ਕੈਬਨਿਟ ਦੇ ਪਾਸ ਹੈ। ਸਮਝ ਗਏ ਨਾ। ਕੈਬਨਿਟ ਨੇ ਰਿਕਮੈਂਡ ਕਰ ਦਿੱਤੀਆਂ ਡੇਟਸ ਕਿ ਆਹ ਸਰ ਜਿਹੜਾ ਲੈਜਿਸਲੇਟਿਵ ਬਿਜ਼ਨਸ ਹੈ ਉਹ ਵੀ ਕੈਬਨਿਟ ਨੇ ਕ੍ਰੀਏਟ ਕਰਨਾ ਤੇ ਗਵਰਨਰ ਨੂੰ ਕਮਿਊਨੀਕੇਟ ਕਰਨਾ। ਇਸ ਕਾਰਜ ਲਈ ਅਸੀਂ ਸੈਸ਼ਨ ਬੁਲਾਉਣਾ ਚਾਹੁੰਦੇ ਹਾਂ। ਹੁਣ ਗਵਰਨਰ ਨੂੰ ਇਹ ਜਾਣਨ ਦਾ ਤਾਂ ਹੱਕ ਹੈ ਨਾ, ਜਿਹੜੀ ਕੈਬਨਿਟ ਨੂੰ ਪ੍ਰੈਜ਼ਾਈਡ ਕਰ ਰਹੇ ਨੇ ਮਾਨ, ਜਦੋਂ ਉਹ ਬਤੌਰ ਮੁੱਖ ਮੰਤਰੀ ਟਵੀਟ ਕਰਦੇ ਨੇ ਔਰ ਆਪਣੇ ਅਫੀਸ਼ੀਅਲ ਟਵਿੱਟਰ ਹੈਂਡਲ ਤੇ ਕਰਦੇ ਨੇ, ਉਹਨੂੰ ਹੁਣ ਤੱਕ ਉਹਨਾਂ ਨੇ ਡਿਨਾਈ ਨਹੀਂ ਕੀਤਾ ਕਿ ਮੈਂ ਕੇਵਲ 3 ਕਰੋੜ ਲੋਕਾਂ ਨੂੰ ਜਵਾਬ ਦੇ, ਮੈਂ ਦਿੱਲੀ ਦੇ ਨਿਯੁਕਤ ਕੀਤੇ ਗਵਰਨਰ ਨੂੰ ਜਵਾਬ ਦੇ ਨਹੀਂ। ਇਟ ਇਜ਼ ਅ ਕੈਟੇਗੋਰੀਕਲ ਸਟੇਟ। ਸਮਝ ਗਏ ਨਾ ਜੀ। ਉਹ ਟਵੀਟ ਉਹਨਾਂ ਨੇ, ਗਵਰਨਰ ਸਾਹਿਬ ਨੇ ਇਹਨਾਂ ਨੂੰ ਹੁਣ ਦੁਬਾਰਾ ਵੀ ਭੇਜਿਆ ਵੀ ਇਹਨੂੰ ਤੁਸੀਂ ਅਥੈਂਟੀਕੇਟ ਕਰੋ ਜਾਂ ਡਿਨਾਈ ਕਰੋ, ਤੁਹਾਡਾ ਹੀ ਹੈ। ਜੇ ਇਸ ਕੈਬਨਿਟ ਦਾ ਮੁਖੀ ਇਹ ਕਹਿੰਦਾ ਕਿ ਮੈਂ ਉਸ ਗਵਰਨਰ ਨੂੰ ਦੀ ਅਥਾਰਟੀ ਨੂੰ ਐਕਸੈਪਟ ਨਹੀਂ ਕਰਦਾ, ਕਾਊਂਟੇਬਲ ਨਹੀਂ ਹਾਂ, ਤਾਂ ਉਹ ਸਰਕਾਰ ਦਾ ਬਜਟ ਸੈਸ਼ਨ, ਜਿਸ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਹੈਗਾ, ਜਿਹੜਾ ਗਵਰਨਰ ਦੀ ਕਨਸਟੀਟਿਊਸ਼ਨਲ ਅਥਾਰਟੀ ਨੂੰ ਐਕਸੈਪਟ ਨਹੀਂ ਕਰ ਰਿਹਾ, ਅਕਾਊਂਟੇਬਲ ਨਹੀਂ ਹੈ, ਕੀ ਇਹ ਇੱਕ ਸਿਚੁਏਸ਼ਨ ਸਰਕਾਰ ਨੇ ਨਹੀਂ ਪੈਦਾ ਕੀਤੀ ਜਿਹਦੇ 'ਚ ਗਵਰਨਰ ਨੂੰ ਇਹ ਪੁੱਛਣ ਦਾ ਅਧਿਕਾਰ ਤਾਂ ਹੈ ਕਿ ਜਦ ਮੈਂ ਉਸ ਸਰਕਾਰ ਦਾ ਬਜਟ ਸੈਸ਼ਨ
ਮੈਂ ਕਿਵੇਂ ਪਾਬੰਦ ਹਾਂ ਜਦ ਤੁਸੀਂ ਉਸ ਗਵਰਨਰ ਨੂੰ ਪਾਬੰਦ ਨਹੀਂ? ਪਰ ਮੈਂ ਵੀਰ ਦਵਿੰਦਰ ਜੀ ਜੇ ਤੁਹਾਡੇ ਤੋਂ ਟੈਕਨੀਕਲੀ ਸਮਝਣਾ ਚਾਹਾਂ ਕਿ ਜਿਹੜਾ ਕੈਬਨਿਟ ਨੇ ਡਿਸੀਜਨ ਲੈ ਲਿਆ ਕਿ ਅਸੀਂ ਇੰਨੀ ਤਰੀਕ ਨੂੰ ਸੈਸ਼ਨ ਬੁਲਾਉਣਾ ਹੈ ਬਜਟ ਸੈਸ਼ਨ, ਗਵਰਨਰ ਉਸ ਨੂੰ ਮੰਨਣ ਦੇ ਪਾਬੰਦ ਨੇ ਜਾਂ ਨਹੀਂ? ਨਹੀਂ, ਗਵਰਨਰ ਪਾਬੰਦ ਨੇ। ਸੁਣ ਲਓ, ਪਾਬੰਦ ਨੇ। ਠੀਕ ਹੈ, ਬਜਟ ਸੈਸ਼ਨ ਟਾਲਿਆ ਨਹੀਂ ਜਾ ਸਕਦਾ। ਠੀਕ ਹੈ, ਕਨਸਟੀਟਿਊਸ਼ਨਲੀ ਗਵਰਨਰ ਇਜ਼ ਬਾਉਂਡ ਟੂ ਕਾਲ ਦੀ ਸੈਸ਼ਨ। ਠੀਕ ਹੈ, ਠੀਕ ਹੈ, ਲੇਕਿਨ ਇਹ ਅੜਿੱਕੇ ਜਿਹੜੇ ਨੇ ਇਹਨਾਂ ਨੇ ਗੱਲ ਕੁਝ ਵੀ ਨਹੀਂ ਹੈ, ਇਹਨਾਂ ਨੇ ਐਵੇਂ ਚ ਮਤਲਬ ਉਹਦਾ ਰਾਈ ਦਾ ਪਹਾੜ ਬਣਿਆ ਹੋਇਆ ਹੈ। ਇਹ 5 ਮਿੰਟ ਵਿੱਚ ਸੁਲਝਣ ਵਾਲੀ ਗੱਲ ਹੈਗੀ ਹੈ, ਕੋਈ ਵੱਡੀ ਗੱਲ ਨਹੀਂ। ਦੂਜੀ ਗੱਲ ਇਹ ਹੈ ਵੀ ਅਸੀਂ ਇਸ ਗੱਲ ਦੇ ਹੱਕ ਚ ਆ ਕਿ ਜਿਹੜੀ ਡੈਮੋਕ੍ਰੇਸੀ ਦੇ ਰਾਹੀਂ ਜਿਹੜੀ ਸਰਕਾਰ ਚੁਣੀ ਹੈ ਉਹਨੂੰ ਪੂਰਾ ਸਮਾਂ ਸਰਕਾਰ ਚਲਾਉਣ ਦਾ ਮੌਕਾ ਮਿਲਣਾ ਚਾਹੀਦਾ। ਠੀਕ ਹੈ, ਠੀਕ ਹੈ। ਇਹ ਅੜਿੱਕੇ ਸੰਵਿਧਾਨਕ ਜਾਂ ਕੁਝ ਇਹ ਪੈਂਦੇ ਰਹਿੰਦੇ ਨੇ ਜਦੋਂ ਸਰਕਾਰਾਂ ਚੱਲਦੀਆਂ। ਗਵਰਨੈਂਸ ਵੀ ਇਸ ਤਰ੍ਹਾਂ ਦੀਆਂ ਈਗੋਜ਼ ਦੀ ਪ੍ਰੋਬਲਮ ਵੀ ਆਉਂਦੀ ਹੈ, ਬਿਆਨਬਾਜ਼ੀ ਵੀ ਹੁੰਦੀ ਹੈ। ਇਹ ਦੇਖੋ ਬੈਕ ਚੈਨਲ ਦੇ ਰਾਹੀਂ ਇਹ ਮਸਲਾ ਹੱਲ ਹੋਣਾ ਚਾਹੀਦਾ, ਚੈਨਲ ਖੋਲਣੇ ਚਾਹੀਦੇ ਨੇ। ਠੀਕ ਹੈ, ਗਵਰਨਰ ਸਾਹਿਬ ਨੂੰ ਵੀ ਚੈਨਲ ਖੋਲਣਾ ਚਾਹੀਦਾ ਤੇ ਭਗਵੰਤ ਮਾਨ ਹੋਰਾਂ ਨੂੰ ਵੀ ਚੈਨਲ ਖੋਲਣਾ ਚਾਹੀਦਾ ਤੇ ਇਹ ਅੜਿੱਕਾ ਖਤਮ ਕਰਕੇ ਤਾਂ ਕਿ ਇਹ ਤੈਅ ਹੋ ਜੇ ਕਿ 3 ਤਾਰੀਖ ਨੂੰ ਸੈਸ਼ਨ ਹੋਣਾ, ਸਰਕਾਰ ਆਪਣੇ ਕੰਮ ਲੱਗੇ, ਵਿਧਾਇਕ ਆਪਣੇ ਕੰਮ ਲੱਗਣ ਬਜਾਏ ਤੇ ਹੁਣ ਦੇ ਆਰ ਵੇਸਟਿੰਗ ਟਾਈਮ। ਠੀਕ ਹੈ, ਮੈਂ ਗਰਗ ਸਾਹਿਬ ਤੁਹਾਡੇ ਕੋਲੇ ਆਉਣਾ। ਸਰੀਨ ਸਾਹਿਬ ਤੋਂ ਇੱਕ ਕਮੈਂਟ ਜ਼ਰੂਰ ਲੈਣਾ ਚਾਹੂੰਗਾ। ਸਰੀਨ ਸਾਹਿਬ। ਵਿਜੇ ਜੀ, ਜਿਹੜੀ ਵੀ ਸਥਿਤੀ ਅੱਜ ਪੈਦਾ ਹੋਈ ਹੈ ਜੀ, ਕੋਈ ਦੋ ਰਾਏ ਨਹੀਂ ਕਿ ਸਾਰੇ ਅਸੀਂ ਸਮਝਦੇ ਕਿ ਬਹੁਤ ਮੰਦਭਾਗੀ ਹੈ। ਠੀਕ ਹੈ, ਔਰ ਆਪਾਂ ਵੀਰ ਦਵਿੰਦਰ ਜੀ ਨੂੰ ਸੁਣ ਰਹੇ ਸੀ, ਵੈਰੀ ਸੀਨੀਅਰ ਪਾਰਲੀਮੈਂਟੇਰੀਅਨ ਜੀ, ਔਰ ਇਹਨਾਂ ਨੇ ਗੱਲ ਬੜੇ ਵਿਸਤਾਰ ਦੇ ਨਾਲ ਬੜੀ ਸਹੀ ਤਰੀਕੇ ਨਾਲ ਰੱਖੀ ਹੈ, ਇੱਕ ਪੋਜ਼ਿਟਿਵ ਪਰਸਪੈਕਟਿਵ ਦੇ ਵਿੱਚ ਰੱਖੀ ਹੈ। ਠੀਕ ਹੈ, ਵੀ ਸੰਵਿਧਾਨ ਨੂੰ ਤੇ ਆਪਾਂ ਨੂੰ ਮੰਨਣਾ ਪਏਗਾ। ਇਹ ਨਹੀਂਗਾ ਕਿ ਵੀ ਮੈਂ ਆਹ ਕਲੌਜ਼ ਤੇ ਮੰਨਾਂਗਾ ਤੇ ਆਹ ਕਲੌਜ਼ ਮੈਂ ਨਹੀਂ ਮੰਨਾਂਗਾ। ਇਹ ਕਿਸੇ ਨੂੰ ਵੀ, ਮੈਂ ਦੋਨੋਂ ਤਰ੍ਹਾਂ ਦੀ ਗੱਲ ਕਰ ਰਿਹਾ। ਠੀਕ ਹੈ, ਦੋਨਾਂ ਚੋਂ ਕਿਸੇ ਵੀ ਧਿਰ ਨੂੰ ਇਹਦਾ ਅਧਿਕਾਰ ਨਹੀਂ ਹੈਗਾ। ਔਰ ਇਹ ਸਾਰੀ ਜਿਹੜੀ ਅੱਜ ਜਿਹੜਾ ਸਮੱਸਿਆ ਖੜੀ ਹੋਈ ਹੈ ਜਾਂ ਰੇੜਕਾ ਪਿਆ ਹੋਇਆ ਉਹਦੇ ਲਈ ਭਗਵੰਤ ਮਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਨੇ। ਜਦੋਂ ਉਹ ਕਹਿਣਗੇ ਕਿ ਮੈਂ ਗਵਰਨਰ ਨੂੰ ਮੰਨਦਾ ਨਹੀਂ ਤੇ ਫਿਰ ਉਸ ਗਵਰਨਰ ਕੋਲ ਕੀ ਉਮੀਦ ਕਰਦੇ ਹੋ? ਯਾਦ ਪਹਿਲੀ ਗੱਲ ਤੇ ਹੈ ਨਾ, ਸੰਵਿਧਾਨ ਦੇ ਮੁਤਾਬਿਕ ਗਵਰਨਰ ਹੈਗੇ ਨੇ, ਆਪਾਂ ਸੰਵਿਧਾਨ ਨੂੰ ਨਹੀਂ ਮੰਨਦੇ। ਜੇ ਸੰਵਿਧਾਨ ਨਹੀਂ ਮੰਨਦੇ ਤੇ ਆਪਾਂ ਤਾਂ ਸਹੁੰ ਚੱਕੀ ਉਸੇ ਸੰਵਿਧਾਨ ਦੀ, ਔਰ ਉਸੇ ਗਵਰਨਰ ਸਾਹਿਬ ਨੇ ਤੁਹਾਨੂੰ ਮਤਲਬ ਉਸ ਨੇ ਗਵਰਨਰ ਨੇ ਹੀ ਤੁਹਾਨੂੰ ਸਹੁੰ ਚੁਕਾਈ ਹੈ ਮੁੱਖ ਮੰਤਰੀ ਬਣਾਉਣ ਦੀ, ਔਰ ਤੁਹਾਡੇ ਮੰਤਰੀਆਂ ਨੂੰ ਵੀ ਗਵਰਨਰ ਸਾਹਿਬ ਨੇ ਚੁਕਾਈ ਹੈ। ਇੱਕ ਦੇਸ਼ ਦੇ ਇੱਕ ਸੰਵਿਧਾਨ ਤੇ ਹੈਗਾ ਨਾ, ਔਰ ਇੱਕ ਆਰਟੀਕਲ 167 ਦੇ ਵਿੱਚ ਬੜਾ ਸਪੈਸੀਫਾਈਡ ਹੈ ਔਰ ਕੀ ਇਹਨਾਂ ਨੂੰ ਇਨਫੋਰਮੇਸ਼ਨ ਗਵਰਨਰ ਮੰਗ ਸਕਦਾ ਹੈ, ਕੋਈ ਜਾਣਕਾਰੀ ਲੈ ਸਕਦਾ ਹੈ, ਇੱਥੇ ਤੱਕ ਕਿ ਗਵਰਨਰ ਤੇ ਡਾਇਰੈਕਸ਼ਨ ਵੀ ਦੇ ਸਕਦਾ ਹੈ ਵੀ ਫਲਾਣੇ ਵਿਸ਼ੇ ਦੇ ਉੱਤੇ ਆਹ ਚੀਜ਼ ਹੈਗੀ ਹੈ ਤੇ ਦੇਖੋ ਇਹਨੂੰ ਕੰਸੀਡਰ ਕਰੋ। ਇਹ ਤਾਂ ਇਨਫੋਰਮੇਸ਼ਨ ਮੰਗੀ ਸੀ, ਉਹਦੀ ਇਵਨ ਡਾਇਰੈਕਸ਼ਨ ਵੀ ਦੇ ਸਕਦੇ ਕਿ ਐਸ ਪਰਟੀਕੁਲਰ ਇਸ਼ੂ ਦੇ ਉੱਤੇ ਤੁਸੀਂ ਵਿਚਾਰ ਕਰੋ। ਇਹ ਤੇ ਕਹਿ ਰਹੇ ਨੇ ਕਿ ਸਿਆਸੀ ਗਤੀਵਿਧੀਆਂ ਚਲਾਈਆਂ ਜਾ ਰਹੀਆਂ। ਨਹੀਂ ਮੈਨੂੰ ਸੰਵਿਧਾਨਿਕ ਪੋਸਟ ਦੀ ਆੜ ਹੇਠ। ਬਰਾ ਤੁਸੀਂ ਬਹੁਤ ਸਿਆਣੇ ਹੋ, ਸਿੱਧੀ ਗੱਲ ਉਹ ਤੇ ਕਹਿ ਰਹੇ ਨੇ ਜੀ ਸਾਹਮਣੇ। ਮੈਂ ਤਾਂ ਸਾਹਮਣੇ ਗੱਲ ਕਰਦਾ। ਇਹ ਤੇ ਹਰ ਗੱਲ ਨੂੰ ਇਹ ਵੀ ਕਹਿੰਦੇ ਨੇ ਕਿ ਮੈਂ ਤੇ 3 ਕਰੋੜ ਨੂੰ ਜਵਾਬ ਦੇਵਾਂ, ਅਸੀਂ ਗਵਰਨਰ ਨੂੰ ਜਵਾਬ ਦੇ ਹੀ ਹੈ ਨਹੀਂਗੇ। ਡੂ ਦੇ ਸਟੈਂਡ ਬਾਈ ਇਟ ਕਿ ਅਸੀਂ ਗਵਰਨਰ ਨੂੰ ਜਵਾਬ ਦੇ ਨਹੀਂਗੇ। ਜੇ ਗਵਰਨਰ ਨੂੰ ਜਵਾਬ ਦੇ ਨਹੀਂ ਤੇ ਫਿਰ ਉਹ ਸੈਸ਼ਨ ਬੁਲਾਉਣ ਵਾਸਤੇ ਕਹ ਲਈਏ। ਗਰਗ ਸਾਹਿਬ ਦੱਸਿਓ, ਗਰਗ ਸਾਹਿਬ ਦੱਸਿਓ ਕੀ ਆਪਣੇ ਜੁੜੇ ਹੋਏ ਆ। ਗਰਗ ਸਾਹਿਬ ਦੱਸਿਓ ਜ਼ਰਾ। ਮਿੰਟ ਰੁਕੋ ਇਹਨਾਂ ਨੂੰ, ਮੈਂ ਫੇਰ ਜਵਾਬ ਦੇਣਾ। ਹਾਂਜੀ ਹਾਂਜੀ ਦਿਓ। ਹਾਂ ਵਿਜੇਪਾਲ ਬਰਾੜ ਜੀ, ਇਹਨਾਂ ਨੂੰ ਇਹ ਪੁੱਛੋ ਸੰਵਿਧਾਨ ਦੇ ਕਿਹੜੇ ਆਰਟੀਕਲ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਜਿਹੜਾ ਗਵਰਨਰ ਹੈ ਉਹ ਰਾਜਨੀਤਿਕ ਗਤੀਵਿਧੀਆਂ ਕਰ ਸਕਦਾ ਹੈਗਾ? ਕਿ ਕਿਸੇ ਸੰਵਿਧਾਨ ਦੇ ਵਿੱਚ ਲਿਖਿਆ ਹੈਗਾ? ਸੰਵਿਧਾਨ ਨੂੰ ਮੰਨਣਾ ਬਿਲਕੁਲ ਉਹ ਕਨਸਟੀਟਿਊਸ਼ਨਲ ਹੈਗਾ, ਸਭ ਤੋਂ ਪਹਿਲਾਂ ਉਹਦਾ ਫਰਜ਼ ਬਣਦਾ ਗਵਰਨਰ ਦਾ। ਬਿਲਕੁਲ ਉਹ ਸੰਵਿਧਾਨ ਨੂੰ ਮੰਨੇ ਕਿਉਂਕਿ ਅਸਲੀਅਤ ਪ੍ਰੋਬਲਮ ਇਹ ਹੈਗੀ ਹੈ ਮੂੰਹ ਮੇ ਰਾਮ ਰਾਮ ਬਗਲ ਵਿੱਚ ਛੁਰੀ ਵਾਲੀ ਗੱਲ ਜਾਨੀ ਕਿ ਬੀਜੇਪੀ ਕਰਦੀ ਹੈ ਲਗਾਤਾਰ। ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਹਟਿਆ, ਮਤਲਬ ਅੱਜ ਤੁਹਾਨੂੰ ਕਿਸੇ ਵੀ ਵਿਰੋਧੀ ਧਿਰ ਨੂੰ ਜਿਹੜਾ ਹੈਗਾ ਇਨਸਾਫ ਲੈਣ ਲਈ ਸੰਵਿਧਾਨ ਦੀ ਦੁਹਾਈ ਪਾਉਣ ਲਈ ਸੁਪਰੀਮ ਕੋਰਟ ਦੇ ਵਿੱਚ ਜਾਣਾ ਪੈਂਦਾ। ਤੁਸੀਂ ਸਾਡੀ ਗੱਲ ਕਿਉਂ ਕਰਦੇ? ਚਲੋ ਮੰਨ ਲਿਆ, ਸਾਨੂੰ ਤਾਂ ਨਹੀਂ ਆਉਂਦੀ ਰਾਜਨੀਤੀ, ਸਾਨੂੰ ਤਾਂ ਨਹੀਂ ਆਉਂਦਾ ਰਾਜ ਕਰਨਾ, ਬਾਕੀ ਨੂੰ ਵੀ ਨਹੀਂ ਆਉਂਦਾ। ਇਹਨਾਂ ਦੇ ਗਵਰਨਰ ਜਿੱਥੇ ਜਿੱਥੇ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਉੱਥੇ ਹੀ ਪੰਗੇ ਕਿਉਂ ਹੈਗੇ ਹੈ? ਮਤਲਬ ਤੁਸੀਂ ਦੇਖੋ ਜੇ ਇਹਨਾਂ ਦਾ ਲੈਫਟੀਨੈਂਟ ਜਨਰਲ ਜਿਹੜਾ ਗਵਰਨਰ ਹੈਗਾ ਦਿੱਲੀ ਦੇ ਵਿੱਚ, ਉਹ ਪੰਗਾ ਪਾ ਦਿੰਦਾ, ਉਹ ਉੱਥੇ ਚੋਣ ਹੀ ਹੋ ਪਾਉਂਦੀ 2 ਮਹੀਨੇ 2.5 ਮਹੀਨੇ, ਉਹ ਸੁਪਰੀਮ ਕੋਰਟ ਤੋਂ ਬਾਅਦ ਹੁੰਦੀ ਹੈ। ਕਿਸੇ ਵੀ ਆਰਟੀਕਲ ਦੇ ਵਿੱਚ ਲਿਖਿਆ ਦਿਖਾ ਦਿਓ ਵੀ ਉਹ ਗਵਰਨਰ ਜਿਹੜਾ ਜਾਂ ਗਵਰਨਰ ਹਾਊਸ ਹੈ ਉਹ ਰਾਜਨੀਤਿਕ ਗਤੀਵਿਧੀਆਂ ਦੇ ਵਿੱਚ ਹਿੱਸਾ ਲੈ ਸਕਦਾ ਜਾਂ ਚੁਣੀ ਹੋਈ ਸਰਕਾਰ ਦੇ ਕੰਮਾਂ 'ਚ ਪੰਗਾ ਪਾ ਸਕਦਾ। ਤੁਸੀਂ ਜੇ ਥੋੜਾ ਜਿਹਾ ਇੱਕ ਸੈਕਿੰਡ ਗਰਗ ਸਾਹਿਬ, ਤੁਸੀਂ ਜੇ ਸਪੈਸੀਫਾਈ ਕਰ ਸਕੋ
ਕਿਹੜੀਆਂ ਗਤੀਵਿਧੀਆਂ ਨੂੰ ਤੁਸੀਂ ਸਿਆਸੀ ਗਤੀਵਿਧੀਆਂ ਮੰਨਦੇ ਹੋ, ਇਹ ਵੀ ਦੱਸ ਦਿਓ, ਥੋੜਾ ਹੋਰ ਐਲੈਬੋਰੇਟ ਹੋ ਜਾਏਗਾ। ਨਹੀਂ, ਬਹੁਤ ਸਾਰੀਆਂ ਅਸੈਸਮੈਂਟ ਦੇ ਵਿੱਚ ਹੋਰ ਐਗਜ਼ਾਮਪਲ ਦੇਣ ਲੱਗਾ ਤੁਸੀਂ ਮੇਰੀ ਗੱਲ ਬਰਾੜ ਸਾਹਿਬ। ਹੁਣ ਪਿਛਲੇ ਦਿਨ ਤੁਹਾਨੂੰ ਯਾਦ ਹੋਵੇਗਾ ਜਦੋਂ PSU ਦਾ ਜਿਹੜੇ ਹੈ ਉਹ ਲਾਇਆ ਸੀ, ਵਾਈਸ ਚਾਂਸਲਰ ਲਾਇਆ ਸੀ, ਸੰਵਿਧਾਨ ਕਹਿੰਦਾ, ਉੱਥੋਂ ਦੀ ਰੂਲ ਬੁੱਕ ਕਹਿੰਦੀ ਹੈ ਉਹ 'ਚ ਗਵਰਨਰ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਉੱਥੇ ਵੀ ਜਾ ਕੇ ਟੰਗ ਫਸਾ ਲਈ। ਹਰ ਥਾਂ ਦੇ ਉੱਤੇ ਤੁਸੀਂ ਦੇਖੋ, ਇਹ ਇੱਕ ਚੀਜ਼ ਹੈ, ਤੁਸੀਂ ਇੱਕ ਇਨਫੋਰਮੇਸ਼ਨ ਮੰਗ ਰਹੇ ਹੋ, ਬਿਲਕੁਲ ਮੰਗੋ, ਚਿੱਠੀ ਤੁਸੀਂ ਸਰਕਾਰ ਨੂੰ ਲਿਖੋ, ਸਰਕਾਰ ਤੇ ਗਵਰਨਰ ਦੇ ਨਾਲ ਸਿਆਸੀ ਤੁਸੀਂ ਇਸ ਨੂੰ ਸਿਆਸੀ ਗਤੀਵਿਧੀ ਸਮਝਦੇ ਹੋ? ਸਿਆਸੀ ਤੌਰ ਤੇ ਡਿਕਾਡ ਉਹਨਾਂ ਦੀ ਗੱਲ ਹੈਗੀ, ਬਿਲਕੁਲ। ਉਹ BJP ਦੇ ਜਾਨੀ ਕਿ ਇਸ਼ਾਰੇ ਦੇ ਉੱਤੇ ਕੰਮ ਕਰਦੇ, ਕਿਉਂਕਿ BJP ਜਿੱਥੇ ਡਾਇਰੈਕਟ ਨਹੀਂ ਜਿੱਤਦੀ ਹੈਗੀ ਹੈ, ਉੱਥੇ ਗਵਰਨਰ ਦੇ ਥਰੂ ਉਹ ਡਿਕੇਡ ਆਉਂਦੀ ਹੈ। ਮੈਂ ਇੱਕ ਹੋਰ ਐਗਜ਼ਾਮਪਲ ਤੁਹਾਨੂੰ ਦੇਣਾ ਚਾਹੁੰਦਾ ਹਾਂ। ਮਤਲਬ ਇੱਕ ਚਿੱਠੀ ਲਿਖੀ ਗਵਰਨਰ ਨੇ, ਅਕਸਰ ਚਿੱਠੀਆਂ ਲਿਖੀ ਜਾਂਦੀਆਂ ਨੇ, ਗਵਰਨਰ ਵੀ ਲਿਖਦੇ ਆ, ਸਰਕਾਰਾਂ ਵੀ ਲਿਖਦੀਆਂ ਹੈਗੀਆਂ ਨੇ, ਪਰ ਕਿੰਨੀਆਂ ਕੁ ਚਿੱਠੀਆਂ ਮੀਡੀਆ ਦੇ ਵਿੱਚ ਲੀਕ ਕੀਤੀਆਂ ਜਾਂਦੀਆਂ ਹੈਗੀਆਂ ਨੇ। ਫਿਰ ਉਸ ਟਾਈਮ ਜਦੋਂ ਉਹ ਸਾਰੀਆਂ ਚੀਜ਼ਾਂ ਵੈਬਸਾਈਟ ਦੇ ਉੱਤੇ ਅਵੇਲੇਬਲ ਹੋਣ, ਐਪਲੀਕੇਸ਼ਨ ਵੈਬਸਾਈਟ ਦੇ ਥਰੂ ਮੰਗੀਆਂ ਗਈਆਂ ਹੋਣ, ਔਰ ਐਪਲੀਕੇਸ਼ਨ ਦੇ ਵਿੱਚ ਬਕਾਇਦਾ ਜਿਹੜੀ ਹੈ ਮੈਰਿਟ ਬੇਸਿਸ ਦੇ ਉੱਤੇ ਬਣੀਆਂ ਹੋਣ, ਸਾਰੀ ਇਨਫੋਰਮੇਸ਼ਨ ਤੁਸੀਂ ਇੱਕ ਕਲਿੱਕ ਤੇ ਤੁਸੀਂ ਚੈੱਕ ਕਰ ਸਕਦੇ ਹੋ। ਜਿਹੜੀ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਕਿ ਉਹ ਗਵਰਨਰ ਸਾਹਿਬ ਦੇ ਨੌਲੇਜ ਦੇ ਵਿੱਚ ਨਹੀਂ ਹੈਗੀ ਹੈ, ਉਹ ਫਿਰ ਚਿੱਠੀ ਨੂੰ ਲੀਕ ਕਰਨਾ ਤੁਸੀਂ ਮੀਡੀਆ ਦੇ ਵਿੱਚ, ਇਹ ਕੀ ਸ਼ੋਅ ਕਰਦਾ? ਕਿਉਂਕਿ ਜਦੋਂ ਤੁਸੀਂ ਇੱਕ ਐਜੂਕੇਸ਼ਨ ਨੂੰ ਉੱਤੇ ਚੱਕਣ ਦੀ ਗੱਲ ਕਰ ਰਹੇ ਹੋ, ਜਦੋਂ ਤੁਹਾਡਾ ਪੰਜਾਬ ਦੇ ਵਿੱਚ ਜਿਹੜੀ ਕਿ ਇੱਕ ਉਸਦਾ ਪੋਜ਼ਿਟਿਵ ਮੈਸੇਜ ਜਾ ਰਿਹਾ ਹੈ, ਤੁਸੀਂ ਸਿਰਫ ਇਹ ਕਰਕੇ ਜਿਹੜੀ ਕਿ ਉਹਦੇ ਵਿੱਚ ਕਹਿ ਰਹੇ ਹੋ ਕਿ ਇਹਦੇ ਵਿੱਚ ਪਤਾ ਨਹੀਂ ਕਿੱਡਾ ਕੁ ਵੱਡਾ ਘਪਲਾ ਹੋ ਗਿਆ। ਫਿਰ ਜਿਸ ਤਰੀਕੇ ਦਾ ਤੁਸੀਂ ਚਿੱਠੀ ਲਿਖੋਗੇ ਉਦਾਂ ਦਾ ਜਵਾਬ ਮਿਲੇਗਾ। ਵੀਰ ਦਵਿੰਦਰ ਜੀ, ਤੁਸੀਂ ਇਸ ਨੂੰ ਟੈਕਨੀਕਲ ਲਿਹਾਜ਼ ਨਾਲ ਦੇਖ ਰਹੇ ਹੋ, ਕਿਸ ਤਰੀਕੇ ਨਾਲ ਜਿਹੜੀ ਗੱਲ ਗਰਗ ਸਾਹਿਬ ਨੇ ਕੀਤੀ ਹੈ? ਦੇਖੋ, ਗੱਲ ਇਹ ਹੈ ਵੀ ਮਿਸਟਰ ਗਰਗ ਤੇ ਸਾਰੀਆਂ ਇਹ ਗੱਲਾਂ, ਇਹਨਾਂ ਦੀ ਤਾਂ ਪੋਲੀਟੀਕਲ ਜਿਹੜਾ ਹੈ ਨਾ, ਇੱਕ ਦੂਸਰੇ ਤੇ ਤਾਂਬੜ ਤੋੜ ਇਹ ਹਮਲੇ ਕਰ ਰਹੇ ਨੇ। ਹੁਣ ਜਿਵੇਂ ਇਹਨਾਂ ਦੀ ਗੱਲ ਦਾ ਹੀ ਦੇ ਉੱਤੇ ਹੀ ਕਵਾਂ ਬਈ, ਜੇ ਤੁਸੀਂ ਗਵਰਨਰ ਨੂੰ ਇਹ ਕਹਿੰਦੇ ਹੋ ਕਿ ਜੀ ਇਨਫੋਰਮੇਸ਼ਨ ਵੈਬਸਾਈਟ ਤੇ ਪਈ ਹੈ ਤੇ ਗਵਰਨਰ ਕਲਿੱਕ ਕਰੇ ਤੇ ਇਨਫੋਰਮੇਸ਼ਨ ਚੈੱਕ ਕਰ ਲੇ, ਗਵਰਨਰ ਚਿੱਠੀ ਕਿਉਂ ਲਿਖਦਾ ਹੈ ਜੀ? ਤੇ ਫਿਰ ਮੁੱਖ ਮੰਤਰੀ ਗਵਰਨਰ ਨੂੰ ਕਿਉਂ ਪੁੱਛਦਾ ਹੈ ਕਿ ਗਵਰਨਰ ਦੀ ਨਿਯੁਕਤੀ ਦੇ ਕੀ ਪੈਰਾਮੀਟਰਸ ਨੇ, ਹੈ ਜੀ? ਉਹ ਨਹੀਂ ਕਲਿੱਕ ਕਰ ਸਕਦੇ, ਉਹਨਾਂ ਦੀਆਂ ਉਂਗਲੀਆਂ ਨਹੀਂ ਕੰਮ ਕਰਦੀਆਂ। ਜਵਾਬ ਲੈ ਲਓ ਇਸ ਚੀਜ਼ ਦਾ। ਠੀਕ ਹੈ, ਇੱਕ ਮਿੰਟ, ਇਹ ਤਾਂ 10+2 ਦਾ ਪੋਲੀਟੀਕਲ ਸਾਇੰਸ ਦਾ ਵਿਦਿਆਰਥੀ ਵੀ ਦੱਸ ਸਕਦਾ ਵੀ ਗਵਰਨਰ ਦੀ ਨਿਯੁਕਤੀ ਜਿਹੜੀ ਹੈਗੀ ਹੈ ਉਹ ਕਿਵੇਂ ਹੁੰਦੀ ਹੈ, ਸਮਝ ਗਏ ਨਾ? ਇਹਨਾਂ ਨੇ ਆਪ ਹੀ ਇਹ ਸਾਰਾ ਤਾਣਾ ਬਾਣਾ ਉਲਝਾਇਆ ਹੋਇਆ ਇਹਨਾਂ ਗੱਲਾਂ ਨੇ। ਤੇ ਜੇ ਇਹ ਦੋਨੇ ਕੰਸਟੀਟਿਊਸ਼ਨਲ ਅਥਾਰਟੀ ਨੇ, they both should reverently accept the position of each other, ਸਮਝ ਗਏ ਨਾ? ਠੀਕ ਹੈ। ਇੱਕ ਇਸ ਤੋਂ ਮੰਦਭਾਗੀ ਗੱਲ ਕੀ ਹੋ ਸਕਦੀ ਹੈ ਕਿ ਅਸੀਂ ਇਸ ਮਾਮਲੇ ਨੂੰ ਡਿਸਕਸ ਕਰ ਰਹੇ ਹਾਂ ਕਿ ਕੋਈ ਮਾਮਲਾ ਜਿਹੜਾ ਉਲਝਣ ਵਾਲਾ ਸੀ, ਜਿਹਦੇ ਤੇ ਸਾਰਾ ਪੰਜਾਬ ਕਿੰਨੇ ਦਿਨਾਂ ਤੋਂ ਸੂਲੀ ਤੇ ਟੰਗਿਆ ਹੋਇਆ, ਹਰ ਚੈਨਲ ਤੇ ਇਸੇ ਗੱਲ ਦੀ ਬਹਿਸ ਹੋ ਰਹੀ ਹੈ, ਤਾਂ ਗੱਲ ਹੀ ਕੁਝ ਠੀਕ ਹੈ। ਇੱਕ ਮਿੰਟ ਸਰ, ਜਵਾਬ ਲੈ ਲਓ ਚੀਜ਼ ਦਾ। ਛੋਟਾ ਜਿਹਾ ਰੱਖਿਓ। ਹਾਂਜੀ ਹਾਂ, ਬਿਲਕੁਲ ਛੋਟਾ ਸਰ, ਬਿਲਕੁਲ ਛੋਟਾ। ਜਿਹੜੀ ਕਿ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਵੀ ਕਲੀਅਰ ਜਿਹੜੀ ਕਿ ਕਿਹਾ ਹੈਗਾ, ਚਿੱਠੀ ਲਿਖਣਾ, ਇਨਫੋਰਮੇਸ਼ਨ ਮੰਗਣਾ ਕੋਈ ਗੁਨਾਹ ਨਹੀਂ ਹੈਗਾ, ਉਹਨੂੰ ਮੀਡੀਆ ਦੇ ਵਿੱਚ ਲੀਕ ਕਰਨਾ ਗੁਨਾਹ ਹੈ। ਵੀਰ ਦਵਿੰਦਰ ਜੀ ਬੜੇ ਸਿਆਣੇ ਸੂਝੇ ਹੋਏ ਸਿਆਸਤਦਾਨ ਨੇ ਔਰ ਕਾਨੂੰਨ ਦੇ ਅੱਛੇ ਜਾਣਕਾਰ ਨੇ। ਇਹਨਾਂ ਨੂੰ ਇੱਕ ਚੀਜ਼ ਹੋਰ ਪੁੱਛ ਲਵੋ, ਚਲੋ ਠੀਕ ਹੈ, ਪੰਜਾਬ ਦੀ ਦੁਹਾਈ ਪਾ ਰਹੇ ਨੇ, ਜੋ ਦਿੱਲੀ ਦੇ ਵਿੱਚ ਹੋਇਆ, ਜੋ ਮਹਾਰਾਸ਼ਟਰ ਦੇ ਵਿੱਚ, ਉਹਦੇ ਤੇ ਵੀ, ਕਿਉਂਕਿ ਤੁਸੀਂ ਤਾਂ ਪਾਰਲੀਮੈਂਟਰੀ ਹੋ, ਤੁਹਾਨੂੰ ਤੇ ਸਾਰੇ ਕਾਨੂੰਨ ਪਤਾ ਹੈ, ਫਿਰ ਉੱਥੇ ਇਹ ਚੀਜ਼ਾਂ ਕਿਉਂ ਵਾਪਰੀਆਂ? ਉੱਥੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਹੈਗੀ, ਉੱਥੇ ਤੇ ਸਾਡੇ ਵਰਗੇ ਅਣਜਾਣ ਲੋਕ ਨਹੀਂ ਹੈਗੇ। ਉਹਦੇ ਬਾਰੇ ਵੀ ਥੋੜਾ ਚਾਨਣਾ ਜਿਹਾ ਪਾ ਦਿਓ ਕਿ ਜਿਹੜੀਆਂ ਇਹ ਘਟਨਾਵਾਂ ਬਾਰ-ਬਾਰ ਜਿਹੜੀਆਂ ਉਹਨਾਂ ਸਟੇਟਾਂ ਦੇ ਵਿੱਚ ਹੀ ਕਿਉਂ ਵਾਪਰ ਰਹੀਆਂ ਗਵਰਨਰਾਂ ਦੀਆਂ, ਜਿੱਥੇ ਕਿ ਆਪੋਜੀਸ਼ਨ ਦੀ ਸਰਕਾਰ। ਵਿਜੇਪਾਲ ਜੀ, ਮੈਂ ਜਵਾਬ ਦੇਣਾ ਚਾਹਾਂਗਾ। ਜੀ ਦਵਿੰਦਰ ਸਾਹਿਬ ਨੂੰ ਮੈਂ ਲੈ ਲੈਣਾ। ਸਰੀਨ ਸਾਹਿਬ ਨੇ ਕੁਝ ਐਡ ਕਰਨਾ ਹੈ। ਜੀ ਸਰੀਨ ਸਾਹਿਬ। ਗਰਗ ਸਾਹਿਬ, ਤੁਸੀਂ ਗੱਲ ਕਰ ਰਹੇ ਹੋ ਕਿ ਵੀ ਇਹ ਲੈਟਰ ਪਬਲਿਕ ਕਿਉਂ ਹੋਈ, ਤੁਹਾਡਾ ਇਹੀ ਇਤਰਾਜ਼ ਹੈ ਨਾ? ਹਾਂਜੀ। ਤੇ ਫਿਰ ਪੰਜਾਬ ਦੀ ਜਨਤਾ ਨੂੰ ਇਹ ਵੀ ਦੱਸ ਦਿਓ ਕਿ ਜੁਲਾਈ ਦੇ ਵਿੱਚ ਤੁਹਾਨੂੰ ਲੈਟਰ ਲਿਖੀ, ਤੁਸੀਂ ਕਿਉਂ ਨਹੀਂ ਜਵਾਬ ਦਿੱਤਾ? ਦਸੰਬਰ 'ਚ ਲੈਟਰ ਲਿਖੀ, ਤੁਸੀਂ ਕਿਉਂ ਨਹੀਂ ਜਵਾਬ ਦਿੱਤਾ? ਜਨਵਰੀ 'ਚ ਲੈਟਰ ਲਿਖੀ, ਤੁਹਾਨੂੰ ਤੁਸੀਂ ਗਵਰਨਰ ਸਾਹਿਬ ਦੀ ਚਿੱਠੀ ਦਾ ਜਵਾਬ ਨਹੀਂ ਦਿੱਤਾ, ਤੇ ਫਿਰ ਗਵਰਨਰ ਸਾਹਿਬ ਕੋਲ ਬਚਦਾ ਕਿ ਔਰ ਉਹਨਾਂ ਨੇ ਲੈਟਰ 'ਚ ਲਿਖਿਆ ਹੈਗਾ। ਨਹੀਂ, ਫਿਰ ਮੈਂ ਥੋੜਾ ਜਾਣਾ, ਜਿਹੜੀ ਉਹ ਕਾਨੂੰਨੀ ਸਲਾਹ ਲੈਣੀ ਸੀ, ਕਾਨੂੰਨੀ ਸਲਾਹ ਲੈ ਲੈਣ। ਉਹ ਇੱਕ ਮਿੰਟ, ਉਹਨਾਂ ਦੀ ਚਿੱਠੀ ਦਾ ਜਵਾਬ ਨਹੀਂ ਆਇਆ ਤੇ ਕਾਨੂੰਨੀ ਸਲਾਹ ਹੀ ਲੈ ਸਕਦੇ ਆ ਨਾ, ਉਹ ਨਾ ਕਿ ਪਬਲਿਕ ਦੇ ਵਿੱਚ ਜਾਣਗੇ। ਉਹ ਕਿਹੜਾ ਪਬਲਿਕ ਦੇ ਚੁਣੇ ਹੋਏ ਨੁਮਾਇੰਦੇ ਨੇ? ਇਹੀ ਤੇ ਅਸੀਂ ਕਹਿ ਰਹੇ ਹਾਂ ਤੁਹਾਨੂੰ, ਉਹ ਕਿਹੜਾ ਪਬਲਿਕ ਦੇ ਚੁਣੇ ਹੋਏ ਨੁਮਾਇੰਦੇ ਨੇ? ਪਬਲਿਕ ਕਿਵੇਂ ਜਾਣਗੇ? ਤੁਸੀਂ ਤਾਂ ਬਹੁਤ ਸਾਰੇ ਸੰਵਿਧਾਨ ਦੇ ਉਹਦੇ ਤੇ ਹੈਗੇ ਆ, ਆਪਣੀ ਕਾਨੂੰਨੀ ਸਲਾਹ ਲੈਣ। ਇਹ ਜਵਾਬ ਨਹੀਂ ਦਿੱਤਾ ਤੇ ਕਾਨੂੰਨੀ ਤੌਰ ਤੇ ਜਵਾਬ ਮੰਗਣ। ਜਵਾਬ ਦੇ ਤੁਸੀਂ ਵਿੱਚ ਬੋਲਣ ਲੱਗ ਪੈਂਦੇ ਹੋ। ਨਹੀਂ, ਬੋਲ ਨਹੀਂ ਰਿਹਾ, ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ। ਮੈਂ ਤੁਹਾਡੀ ਗੱਲ ਸਾਰੀ ਸੁਣੀ। ਜੇ ਇੱਕ ਸੰਵਿਧਾਨਕ ਅਹੁਦੇ ਤੇ ਬੰਦਾ ਬੈਠਾ ਹੈ, ਸੰਵਿਧਾਨਕ ਮੁਖੀ ਹੈ, ਉਹਨੂੰ ਕੀ ਹੱਕ ਹੈ ਪਬਲਿਕ ਦੇ ਵਿੱਚ ਜਾਣ ਦਾ? ਤੁਸੀਂ ਦੂਜੇ ਪਾਸੇ ਤੋਂ ਪੈਂਦੇ ਹੋ।
ਜਦੋਂ ਤੁਹਾਡੇ ਕੋਲ ਜਵਾਬ ਨਹੀਂ ਤੇ ਵਿੱਚ ਬੋਲਣਾ ਸ਼ੁਰੂ ਕਰ ਮੈਂ ਦਿੰਦੇ ਹੋ। ਜਵਾਬ ਨਹੀਂ, ਮੈਂ ਤੁਹਾਨੂੰ ਤੁਸੀਂ ਲੋਕਾਂ ਨੂੰ ਜਾਨੀ ਕਿ ਗੁੰਮਰਾਹ ਨਾ ਕਰੋ। ਮੈਂ ਤੁਹਾਨੂੰ ਇਸ ਕਰਕੇ ਟੋਕ ਰਿਹਾ ਵਿੱਚੋਂ। ਮੈਂ ਕਿਹਾ ਸਰ ਮੇਰੀ ਗੱਲ ਤਾਂ ਤੁਸੀਂ ਗੁੰਮਰਾਹ ਨਾ ਕਰੋ, ਮੈਂ ਤੁਹਾਨੂੰ ਇਸ ਕਰਕੇ ਟੋਕ ਰਿਹਾ ਹਾਂ। ਤਾਂ ਪ੍ਰੋਫੈਸਰ ਦਿਓਗੇ ਨਹੀਂ? ਚਲੋ ਤੁਸੀਂ ਸੁਣ ਲਓ ਕੀ ਕਹਿ ਰਹੇ ਨੇ, ਸੁਣ ਲਓ। ਮੈਨੂੰ ਇੱਕ ਚੀਜ਼ ਦੱਸੋ, ਤੁਹਾਡੇ ਕੋਲ ਜੁਲਾਈ ਤੋਂ ਗਵਰਨਰ ਸਾਹਿਬ ਚਿੱਠੀਆਂ ਲਿਖ ਕੇ ਇਨਫੋਰਮੇਸ਼ਨ ਮੰਗਦੇ ਪਏ ਨੇ। ਅੱਜ ਕੀ ਆ ਗਿਆ ਜੀ, ਫਰਵਰੀ ਦਾ ਐਂਡ ਆ ਗਿਆ। ਤੁਸੀਂ ਇਨਫੋਰਮੇਸ਼ਨ ਦਾ ਜਵਾਬ ਕੋਈ ਦਵੋ ਨਾ ਤੇ ਮੁੜ ਕੇ ਕੋਈ ਗਵਰਨਰ ਸਾਹਿਬ ਸਾਹ ਵੀ ਨਾ ਲੈਣ। ਕਿਆ ਮਜ਼ਾਕ ਹੈ? ਨਹੀਂ, ਗਵਰਨਰ ਨੂੰ ਪਬਲਿਕ ਦੇ ਵਿੱਚ ਜਾਣ ਦਾ ਅਧਿਕਾਰ ਕਿਹੜੇ ਸੰਵਿਧਾਨ ਨੇ ਦਿੱਤਾ, ਉਹ ਦੱਸ ਦਿਓ ਤੁਸੀਂ ਵੀ ਜੇ ਉਹਨੂੰ ਜਵਾਬ ਚਿੱਠੀ ਦਾ ਨਹੀਂ ਆਇਆ ਤੇ ਉਹ ਪਬਲਿਕ ਦੇ ਵਿੱਚ ਆਏਗਾ। ਇੱਕ ਮਿੰਟ, ਤੋਂ ਪਬਲਿਕ ਦੇ ਵਿੱਚ ਜਾਣਗੇ ਗਵਰਨਰ ਸਾਹਿਬ। ਗਵਰਨਰ ਸਾਹਿਬ ਨੈਚੁਰਲੀ ਜਿਹੜੀ ਉਹਨਾਂ ਕੋਲ ਕਾਨੂੰਨੀ ਰੈਮਡੀ ਚਲੋ ਮੈਨੂੰ ਲੱਗਦਾ ਹੈ ਕਿ ਆਪਣੇ ਬਹਿਸ ਚ ਰਹਿ ਜਾਣ। ਮੈਂ ਦੇਖੋ ਬਹਿਸ ਤੇ ਲੰਬੀ ਦੀ ਲੰਬੀ ਹੋਈ ਜਾਣੀ ਹੈ। ਮੈਂ ਵੀਰ ਦਵਿੰਦਰ ਜੀ ਤੁਹਾਡੇ ਕਮੈਂਟ ਤੋਂ ਵਾਈਂਡ ਅਪ ਕਰ ਦੂੰਗਾ। ਕੀ ਤੁਸੀਂ ਸਮਝਦੇ ਹੋ ਜਿਹੜੀ ਗੱਲ ਗਰਗ ਸਾਹਿਬ ਕਰ ਰਹੇ ਨੇ ਕਿ ਕਿਉਂ ਗਏ ਉਹ ਮੀਡੀਆ ਦੇ ਵਿੱਚ, ਜਾਂ ਕਿਉਂ ਉਹਨਾਂ ਨੇ ਬਾਹਰ ਜਨਤਕ ਕੀਤੀ ਇਹ ਗੱਲ? ਦੇਖੋ, ਅਰਜ਼ ਇਹ ਹੈ ਕਿ ਇੱਕ ਤਾਂ ਮੈਂ ਬੇਨਤੀ ਕਰਾਂਗਾ ਕਿ ਜਿਹੜਾ ਲੈਵਲ ਆ ਨਾ ਡਿਬੇਟ ਦਾ, ਉਹ ਠੀਕ ਪੱਧਰ ਤੇ ਹੀ ਰਹਿਣਾ ਚਾਹੀਦਾ। ਠੀਕ ਹੈ ਨਾ? ਗਵਰਨਰ ਸਾਹਿਬ ਕਾਂਸਟੀਟਿਊਸ਼ਨਲ ਹੈਡ ਨੇ, ਮੁੱਖ ਮੰਤਰੀ ਸਾਹਿਬ ਵੀ ਸੰਵਿਧਾਨ ਰੁਤਬੇ ਤੇ ਆਸੀਨ ਨੇ ਜੀ। ਇਹਨਾਂ ਦਾ ਜ਼ਿਕਰ ਵੀ ਇੱਕ ਤਾਂ ਅਦਬ ਨਾਲ ਕਰਨਾ ਚਾਹੀਦਾ ਦੋਵਾਂ ਦਾ। ਦੂਸਰੀ ਗੱਲ ਇਹ ਹੈ ਕਿ ਮੈਨੂੰ ਇਹ ਉਹ ਕਾਂਸਟੀਟਿਊਸ਼ਨ ਦੀ ਧਾਰਾ ਦੱਸ ਦੇਣ ਜਿਹੜੀ ਗਵਰਨਰ ਸਾਹਿਬ ਨੂੰ ਪਾਬੰਦ ਕਰਦੀ ਹੈ ਕਿ ਉਹ ਪ੍ਰੈਸ 'ਚ ਨਹੀਂ ਜਾ ਸਕਦੇ, ਉਹ ਬੋਲ ਨਹੀਂ ਸਕਦੇ, ਉਹ ਮਹਿਜ਼ ਰਾਜ ਭਵਨ ਵਿੱਚ ਬੰਦ ਰਹਿਣਗੇ, ਉਹ ਪੰਜਾਬ 'ਚ ਨਹੀਂ ਜਾ ਸਕਦੇ। ਕਿੱਥੇ ਲਿਖਿਆ? ਇਹ ਆਪੀ ਬਣਾਈ ਜਾਂਦੇ ਨੇ। ਗਵਰਨਰ ਹੈਜ਼ ਫੁੱਲ ਰਾਈਟ ਟੂ ਐਕਸਪ੍ਰੈਸ ਹਿਜ਼ ਓਪੀਨੀਅਨ which article of the constitution forbids the governor not to make a statement to the media? ਪਹਿਲੀ ਗੱਲ। ਦੂਸਰੀ ਗੱਲ ਇਹ ਹੈ ਕਿ ਜਿਹੜੀ ਨਾਰਮਲੀ ਇਹ ਹੁੰਦਾ ਕਿ correspondence between the governor and the chief minister, it is a protected document। ਠੀਕ ਹੈ, ਸਮਝ ਗਏ ਨਾ? ਇਹ ਦੋਵਾਂ ਧਿਰਾਂ ਵੱਲੋਂ ਸਹਿਜੇ ਕੀਤੇ ਬਾਹਰ ਨਹੀਂ ਜਾਣਾ ਚਾਹੀਦਾ, ਪਰ ਦੋਵਾਂ ਨੇ ਕੀਤਾ। ਮੁੱਖ ਮੰਤਰੀ ਨੇ ਵੀ ਕੀਤਾ। ਮੁੱਖ ਮੰਤਰੀ ਦੀ ਇੱਕ ਚਿੱਠੀ ਦਾ ਹਲੇ ਅਪੜੀ ਨਹੀਂ ਹੈਗੀ ਪੰਜਾਬੀ ਦੀ ਲਿਖੀ ਹੋਈ, ਮੀਡੀਆ 'ਚ ਆ ਗਈ, ਪਹਿਲਾਂ ਆ ਗਈ, ਉਹਦੇ ਤੇ ਡੇਟ ਵੀ ਪਈ ਹੋਈ ਆ, ਦਸਤਖਤ ਵੀ ਕੀਤੇ ਹੋਏ ਨੇ। ਸਮਝ ਗਏ ਨਾ? ਇਹ ਜਿਹੜੀ ਤਾਣੀ ਉਲਝੀ ਹੋਈ ਹੈ, ਇਹਨੂੰ ਸੁਲਝਾਉਣ ਦੀ ਜ਼ਰੂਰਤ ਹੈ। ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਨੇ। ਆ ਤੁਹਾਡੇ ਸਾਹਮਣੇ ਹੋ ਗਿਆ ਅਜਨਾਲੇ ਵਾਲਾ ਮਸਲਾ। ਇਟ ਇਜ਼ ਏ ਵੈਰੀ ਵੈਰੀ ਸੀਰੀਅਸ ਮੈਟਰ ਜਦ ਜੇ ਉਹਨੂੰ ਗੰਭੀਰਤਾ ਨਾਲ ਵਿਚਾਰਿਆ ਜਾਏ। ਇਸ ਲਈ ਸਰਕਾਰ ਨੂੰ ਆਪਣਾ ਲਾ ਐਂਡ ਆਰਡਰ ਹੋਰ ਸਾਰੇ ਸੰਭਾਲਣ ਦੇ ਵੱਲ ਤਵੱਜੋ ਦੇਣੀ ਚਾਹੀਦੀ ਹੈ। ਇਹ ਮਸਲਾ ਮੁੱਕਣਾ ਚਾਹੀਦਾ। ਠੀਕ ਹੈ ਨਾ ਜੀ? ਔਰ ਇਹ ਕੋਈ ਬੜਾ ਵੱਡਾ ਮਸਲਾ ਨਹੀਂ ਹੈ। ਇਹਨਾਂ ਨੂੰ ਵੀ ਮੈਂ ਇੱਕ ਮਿੰਟ, ਮੈਂ ਆਮ ਆਦਮੀ ਪਾਰਟੀ ਦੇ ਵੀ ਜਿੰਨੇ ਬੁਲਾਰੇ ਜਾਂ ਉਹਨਾਂ ਨੂੰ ਵੀ ਮੈਂ ਇਹ ਕਹਿਣਾ ਚਾਹੁੰਦਾ ਬਈ ਜਦੋਂ ਤੁਸੀਂ ਜ਼ਿਕਰ ਕਰਦੇ ਹੋ ਨਾ ਗਵਰਨਰ ਸਾਹਿਬ ਦਾ, ਸਤਿਕਾਰ ਨਾਲ ਕਰਿਆ ਕਰੋ। ਠੀਕ ਹੈ ਨਾ? ਇਹ ਸਾਰੇ ਪਾਰਟੀਆਂ ਦੇ ਜਿਹੜੇ ਜਿੰਨੇ ਵੀ ਸਾਡੇ ਸਪੋਕਸ ਪਰਸਨ ਆਉਂਦੇ ਨੇ, ਮੈਂ ਵੀ ਰਿਹਾ, ਮੈਂ ਚੀਫ ਸਪੋਕਸ ਪਰਸਨ ਵੀ ਰਿਹਾ, ਮੀਡੀਆ ਵੀ ਹੈਂਡਲ ਕੀਤਾ। ਮੈਂ ਇਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਬਾਤ ਚਾਹੇ ਬੇਸਲੀਕਾ ਹੋ ਮਗਰ ਬਾਤ ਕਹਿਣੇ ਕਾ ਸਲੀਕਾ ਚਾਹੀਏ। ਅੱਖਰਾਂ ਨਾਲ ਨਾ ਜ਼ਖਮ ਕਰੋ ਕਿਸੇ ਦੇ ਕਾਲਜੇ 'ਚ ਤਾਂ ਕਿ ਕੁੜਤਣਾ ਪੈਦਾ ਹੋਣ। ਇੱਕ ਵਧੀਆ ਵਾਤਾਵਰਨ ਸਿਰਜਣ ਲਈ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਚਲੋ ਮੈਂ ਸੰਵਿਧਾਨ ਦੇ ਤਾਬੇ ਰਹਿ ਕੇ ਕਰਨੀ ਚਾਹੀਦੀ। ਅੱਜ ਬੜਾ ਨਿਊਜ਼ੀ ਡੇ ਹੈ ਔਰ ਖਬਰਾਂ ਬਹੁਤ ਸਾਰੀਆਂ ਨੇ, ਬਹੁਤ ਸਾਰੀਆਂ ਅਪਡੇਟਸ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨੀਆਂ ਨੇ। ਸੋ ਡਿਬੇਟ ਨੂੰ ਤੇ ਜਿੰਨਾ ਖਿੱਚੀ ਜਾਓ ਲੰਬੀ ਹੁੰਦੀ ਜਾਂਦੀ ਹੈ। ਸੋ ਮੈਂ ਮਾਫੀ ਚਾਹੂੰਗਾ ਸਾਰੇ ਮਹਿਮਾਨਾਂ ਤੋਂ ਔਰ ਇੱਥੇ ਹੀ ਆਪਾਂ ਇਸ ਨੂੰ ਵਾਈਂਡ ਅਪ ਕਰਾਂਗੇ। ਕੁਝ ਹੋਰ ਖਬਰਾਂ ਅਪਡੇਟਸ ਅਸੀਂ ਦਰਸ਼ਕਾਂ ਨਾਲ ਸਾਂਝੀਆਂ ਕਰਨੀਆਂ ਨੇ। ਬਹੁਤ ਬਹੁਤ ਧੰਨਵਾਦ ਸਰੀਨ ਸਾਹਿਬ, ਨੀਲ ਗਰਗ ਸਾਹਿਬ ਔਰ ਵੀਰ ਦਵਿੰਦਰ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਕਾਂਗਰਸ ਪਾਰਟੀ ਦਾ ਇੱਕ ਪ੍ਰਤੀਕਰਮ ਅਸੀਂ ਜ਼ਰੂਰ ਇਸ ਤੇ ਸੁਣਾਵਾਂਗੇ। ਕਾਂਗਰਸ ਪਾਰਟੀ ਨੇ ਇਸ ਤੇ ਕੀ ਕਿਹਾ, ਕੀ ਬਿਆਨ ਦਿੱਤਾ ਇਸ ਪੂਰੇ ਘਟਨਾਕ੍ਰਮ ਤੇ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਹੁਣ ਸੁਪਰੀਮ ਕੋਰਟ ਦਾ ਰੁਖ ਕਰ ਚੁੱਕੀ ਹੈ। ਆਮ ਭਾਸ਼ਾ ਦੇ ਵਿੱਚ ਜ਼ਰੂਰ ਅਸੀਂ ਇਹਨੂੰ ਬਜਟ ਸੈਸ਼ਨ ਕਹਿ ਦਿੰਦੇ ਆ, ਪਰ ਇਹ ਬੇਸਿਕਲੀ ਬਜਟ ਸੈਸ਼ਨ ਜਿਹੜਾ ਹੁੰਦਾ ਹੈ ਇਹ ਫਾਈਨੈਂਸ਼ੀਅਲ ਬਿੱਲ ਹੁੰਦਾ ਹੈ।
ਸੋ ਫਾਈਨੈਂਸ਼ੀਅਲ ਬਿੱਲ ਲਿਆਉਣ ਲਈ ਸਾਨੂੰ ਸਟੇਟ ਦੇ ਗਵਰਨਰ ਦਾ ਪ੍ਰੀ ਅਪਰੂਵਲ ਚਾਹੀਦਾ ਹੁੰਦਾ ਹੈ। ਜੇ ਇਹੋ ਹੀ ਬਿੱਲ ਜੇ ਕੇਂਦਰ ਸਰਕਾਰ ਨੇ ਲਿਆਉਣਾ ਹੋਏ ਤੇ ਉੱਥੇ ਰਾਸ਼ਟਰਪਤੀ ਦਾ ਚਾਹੀਦਾ ਹੁੰਦਾ। ਸੂਬੇ ਲਈ ਜਿਹੜਾ ਉਹ ਪ੍ਰੀ ਅਪਰੂਵਲ ਚਾਹੀਦਾ ਹੁੰਦਾ ਗਵਰਨਰ ਸਾਹਿਬ ਦਾ। ਸੋ ਇਸ ਤਰ੍ਹਾਂ ਦੀਆਂ ਗੈਰ ਜ਼ਿੰਮੇਵਾਰ ਗੱਲਾਂ ਜਾਂ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਸੰਜੀਦਗੀ ਨਾਲ ਦਿਖਾਉਣਾ, ਇਹ ਸ਼ਾਇਦ ਆਮ ਆਦਮੀ ਪਾਰਟੀ ਦੀ ਇੱਕ ਰਾਜਨੀਤੀ ਕਰਨ ਦਾ ਇੱਕ ਤਰੀਕਾ ਜਿਹਾ ਬਣ ਗਿਆ, ਢੰਗ ਜਿਹਾ ਬਣ ਗਿਆ। ਪਰ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਇਹਦਾ ਖਮਿਆਜਾ ਜਿਹੜਾ ਉਹ ਜ਼ਰੂਰ ਭੁਗਤਣਾ ਪਵੇਗਾ ਇਹਨਾਂ ਦੀਆਂ ਇਸ ਤਰ੍ਹਾਂ ਦੀ ਜਿਹੜੀ ਬਚਕਾਨਾ ਜੀਆਂ ਹਰਕਤਾਂ ਜਾਂ ਗੱਲਾਂ ਕਰ